ਅੱਜ ਅਸੀਂ ਫਿਰ ਤੋਂ ਲਾਈਵ ਪ੍ਰੋਗਰਾਮ ਲੈ ਕੇ ਪੇਸ਼ ਹੋਏ ਹਾਂ। ਤੁਹਾਡੇ ਸਭ ਦੇ ਪਿਆਰ ਤੇ ਅਸੀਸ ਬਖਸ਼ੇ ਤੁਸੀਂ ਸਾਨੂੰ ਸਹਿਯੋਗ ਦੇ ਰਹੇ ਹੋ। ਤੁਹਾਡੇ ਲਗਾਤਾਰ ਮੈਸੇਜ ਆ ਰਹੇ ਨੇ, ਫੋਨ ਕਾਲਸ ਆਉਂਦੀਆਂ ਨੇ। ਪਿਛਲੀ ਵਾਰ ਅਸੀਂ ਪ੍ਰੋਗਰਾਮ ਡੈਡੀਕੇਟ ਕੀਤਾ ਸੀਗਾ ਇਸ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ। ਇਸ ਵਾਰੀ ਅਸੀਂ ਇਹ ਪ੍ਰੋਗਰਾਮ ਡੈਡੀਕੇਟ ਕਰ ਰਹੇ ਹਾਂ ਸਾਰੇ ਫਾਦਰਸ ਨੂੰ, ਬਾਪੂ ਜਿਸ ਦਾ ਬਹੁਤ ਵੱਡਾ ਕਿਰਦਾਰ ਸਾਡੀ ਜ਼ਿੰਦਗੀ ਦੇ ਵਿੱਚ। ਅਸੀਂ ਬਾਪੂ ਦਾ ਦੇਣ ਜ਼ਿੰਦਗੀ ਦੇ ਵਿੱਚ ਨਹੀਂ ਦੇ ਸਕਦੇ, ਲੇਕਿਨ ਉਸ ਦੀਆਂ ਸਿਫਤਾਂ ਬਹੁਤ ਘੱਟ ਆਉਂਦੀਆਂ ਨੇ। ਕਵਿਤਾਵਾਂ ਦੇ ਵਿੱਚ ਬਾਪੂ ਬਾਰੇ ਬਹੁਤ ਘੱਟ ਆਉਂਦਾ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਅੱਜ ਕਿ ਅਸੀਂ ਬਾਪੂ ਲਈ ਆਪਣੇ ਅਹਿਸਾਸ ਸਾਂਝੇ ਕਰੀਏ। ਸ਼ੁਰੂਆਤ ਕਰਦੇ ਹਾਂ ਮੁੜ ਨਹੀਂ ਮਿਲਦੇ ਉਹ ਕੀਮਤੀ ਪਲ ਹੈ ਬਾਪੂ, ਮੇਰੇ ਹਰ ਮਸਲੇ ਦਾ ਹੱਲ ਹੈ ਬਾਪੂ। ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ, ਰੂਹ ਦੀ ਖੁਸ਼ੀ ਦਾ ਕਾਰਨ ਹੈ ਬਾਪੂ। ਧਰਤੀ ਤੇ ਰੱਬ ਦੀ ਉਦਾਹਰਣ ਹੈ ਬਾਪੂ, ਮੇਰੇ ਹਰ ਦਰਦ ਦੀ ਦਵਾ ਹੈ ਬਾਪੂ। ਮੇਰੇ ਸੁਪਨੇ ਤੇ ਮੇਰੇ ਚਾਹ ਹੈ ਬਾਪੂ, ਮੇਰੇ ਰੱਬ ਤੇ ਰੱਬ ਦੀ ਘਰ ਦੀ ਗੱਲ ਹੈ ਬਾਪੂ। ਮੇਰੇ ਹਰ ਮਸਲੇ ਦਾ ਹੱਲ ਹੈ ਬਾਪੂ, ਮੁੜ ਨਹੀਂ ਲੱਭਣੇ ਉਹ ਕੀਮਤੀ ਪਲ ਹੈ ਬਾਪੂ, ਮੁੜ ਨਹੀਂ ਲੱਭਣੇ ਉਹ ਕੀਮਤੀ ਪਲ ਹੈ ਬਾਪੂ। ਬਾਪੂ ਰੱਬ ਦਾ ਰੂਪ। ਬਾਪੂ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਆਪਣੇ ਬੱਚਿਆਂ ਦੇ ਸਾਰੇ ਸ਼ੌਂਕ ਪਗਾਉਂਦਾ ਤੇ ਕੋਸ਼ਿਸ਼ ਰਹਿੰਦੀ ਹੈ ਬਾਪੂ ਦੀ ਕਿ ਉਹ ਆਪਣੀਆਂ ਰੀਝਾਂ ਨੂੰ ਪਿੱਛੇ ਛੱਡ ਕੇ ਆਪਣੇ ਬੱਚਿਆਂ ਦੇ ਚਾਅ ਪਹਿਲਾਂ ਪਗਾਉਂਦਾ ਹੈ। ਸਾਡੇ ਇਸ ਸੰਸਾਰ ਦੇ ਵਿੱਚ ਰੱਬ ਦੇ ਰੂਪ ਦੇ ਵਿੱਚ ਮਾਂ-ਬਾਪ ਨੂੰ ਭੇਜਿਆ ਹੈ ਪ੍ਰਮਾਤਮਾ ਨੇ, ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਪੂਜੀਏ ਤੇ ਉਹਨਾਂ ਨੂੰ ਸਜਦੇ ਕਰੀਏ। ਅਸੀਂ ਆਪਣੀ ਅਗਲੀ ਰਚਨਾ ਨਾਲ ਅੱਗੇ ਵਧਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਰਹੋ। ਅਸੀਂ ਆਪਣੇ ਰੂਹ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਸ਼ੁਰੂ ਕਰਦੇ ਹਾਂ। ਮੈਂ ਪਹਿਲਾਂ ਹੀ ਕਿਹਾ ਸੀ ਕਿ ਬਾਪੂ ਦਾ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਹੈ। ਬਾਪੂ ਸਬਰਾਂ ਦਾ ਸਾਗਰ ਹੈ।
ਤੇ ਕੁਰਬਾਨੀਆਂ ਦਾ ਸਮੁੰਦਰ। ਜਦੋਂ ਮੈਂ ਕੋਈ ਆਪਣੀ ਲਿਖਤ ਲਿਖਦਾ ਹਾਂ ਤੇ ਮੈਂ ਅੰਦਰੋਂ ਮਨ ਭਰ ਆਉਂਦਾ ਲਿਖਦੇ ਹੋਏ, ਕਿਉਂਕਿ ਹਰ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਅਹਿਸਾਸ ਯਾਦ ਆਉਂਦੇ ਨੇ। ਅਸੀਂ ਆਪਣੇ ਮਾਂ-ਬਾਪ ਨੂੰ ਰੱਬ ਵਾਂਗੂ ਪੂਜੀਏ ਤੇ ਉਹਨਾਂ ਦਾ ਥੋੜਾ ਵੀ ਦਿਲ ਨਾ ਦੁਖਾਈਏ, ਕਿਉਂਕਿ ਮਾਂ-ਬਾਪ ਅਗਰ ਦੁਖੀ ਹੋਏ ਤਾਂ ਰੱਬ ਨੂੰ ਨਹੀਂ ਮਨਾ ਸਕਦੇ। ਲੋ ਮੇਰੀ ਅਗਲੀ ਰਚਨਾ, ਇਹ ਮੈਂ ਕੱਲ ਰਾਤ ਹੀ ਲਿਖੀ ਹੈ। ਇਸ ਰਚਨਾ ਦੇ ਵਿੱਚ ਮੈਂ ਸਾਂਝ ਪਾਈ ਹੈ ਕਿ ਮਾਵਾਂ ਬਾਰੇ, ਮਾਂ ਰੱਬ ਦਾ ਨਾਮ, ਮਾਵਾਂ ਬਾਰੇ ਅਸੀਂ ਬਹੁਤ ਰਚਨਾਵਾਂ ਲਿਖਦੇ ਹਾਂ। ਸਪੈਸ਼ਲੀ ਅੱਜ ਇਹ ਪ੍ਰੋਗਰਾਮ ਮੈਂ ਡੈਡੀਕੇਟ ਕੀਤਾ ਹੈ ਸੰਸਾਰ ਦੇ ਸਾਰੇ ਬਾਪੂਆਂ ਨੂੰ। ਤੁਸੀਂ ਆਪਣੇ ਮੈਨੂੰ ਕੁਛ ਮੇਰੇ ਫੇਸਬੁੱਕ ਨਾਲ ਜੁੜੇ ਮੈਨੂੰ ਲਿਖਤਾਂ ਭੇਜੀਆਂ ਨੇ, ਉਹ ਵੀ ਸਾਂਝੀਆਂ ਕਰਾਂਗੇ। ਅਹਿਸਾਸ ਭੇਜੇ ਨੇ ਉਹਨਾਂ ਨੇ ਆਪਣੇ ਬਾਪੂ ਲਈ ਲਿਖੇ ਹੋਏ। ਉਸ ਤੋਂ ਪਹਿਲਾਂ ਅਸੀਂ ਆਪਣੀ ਰਚਨਾ ਸਾਂਝੀ ਕਰਦੇ ਹਾਂ। ਖੁਸ਼ੀਆਂ ਦਾ ਖਜ਼ਾਨਾ ਬਾਪੂ ਆਪਣੀਆਂ ਲੋੜਾਂ ਸਾਂਭ ਕੇ ਰੱਖੇ, ਨਾ ਕਦੇ ਉਹ ਹਿੰਮਤ ਛੱਡਦਾ, ਨਾ ਕਦੇ ਉਹ ਥੱਕੇ, ਨਾ ਜੇਠ ਦੀਆਂ ਧੁੱਪਾਂ ਮੰਨਦਾ, ਨਾ ਪਰਵਾਹ ਉਹਦੀ ਠੰਡ ਦੀ ਕਰਦਾ। ਫਿਰ ਵੀ ਬਾਪੂ ਦਾ ਕੋਈ ਖੁੱਲ ਕੇ ਜ਼ਿਕਰ ਕਿਉਂ ਨਹੀਂ ਕਰਦਾ? ਫਿਰ ਵੀ ਬਾਪੂ ਦਾ ਜ਼ਿਕਰ ਕੋਈ ਖੁੱਲ ਕੇ ਕਿਉਂ ਨਹੀਂ ਕਰਦਾ? ਘਰ ਦੀਆਂ ਖੁਸ਼ੀਆਂ ਦਾ ਕਾਰਨ, ਘਰ ਦੀਆਂ ਖੁਸ਼ੀਆਂ ਦਾ ਕਾਰਨ ਸਬਰਾਂ ਦੀ ਲੋਈ ਔੜੀ ਖੜਾ ਸੀ। ਸੁਭਾਅ ਦਾ ਬੇਸ਼ੱਕ ਕੋੜਾ ਸੀ, ਪਰ ਦਿਲ ਦਾ ਜਮਾ ਖਰਾ ਸੀ। ਹਰ ਇੱਕ ਦੀਆਂ ਰੀਝਾਂ ਪਗਾਉਣ ਲਈ ਦਿਨ ਰਾਤ ਹੈ ਬਾਪੂ ਮਰਦਾ। ਫਿਰ ਵੀ ਬਾਪੂ ਦਾ ਜ਼ਿਕਰ ਕੋਈ ਖੁੱਲ ਕੇ ਕਿਉਂ ਨਹੀਂ ਕਰਦਾ? ਫਿਰ ਵੀ ਬਾਪੂ ਦਾ ਜ਼ਿਕਰ ਕੋਈ ਖੁੱਲ ਕੇ ਕਿਉਂ ਨਹੀਂ ਕਰਦਾ? ਬਾਪੂ ਪੂਰੀਆਂ ਕਰੇ ਸਭ ਖੁਆਇਸ਼ਾਂ, ਬਾਪੂ ਪੂਰੀਆਂ ਕਰੇ ਸਭ ਖੁਆਇਸ਼ਾਂ। ਬਾਪੂ ਧਰਤੀ ਤੇ ਇੱਕ ਫਰਿਸ਼ਤਾ, ਕੁਰਬਾਨੀਆਂ ਦਾ ਸਾਗਰ ਬਾਪੂ, ਉੱਚਾ ਤੇ ਸੱਚਾ ਰਿਸ਼ਤਾ। ਹਰ ਇੱਕ ਦੇ ਦਿਲ ਦੀਆਂ ਬਾਪੂ ਬਾਖੂਬੀ ਹੈ ਪੜਦਾ। ਫਿਰ ਵੀ ਬਾਪੂ ਦਾ ਜ਼ਿਕਰ ਕੋਈ ਖੁੱਲ ਕੇ ਕਿਉਂ ਨਹੀਂ ਕਰਦਾ? ਫਿਰ ਵੀ ਬਾਪੂ ਦਾ ਜ਼ਿਕਰ ਕੋਈ ਖੁੱਲ ਕੇ ਕਿਉਂ ਨਹੀਂ ਕਰਦਾ? ਆਪ ਸਹਿ ਕੇ ਧੁੱਪ ਦੀਆਂ ਤਪਸ਼ਾਂ, ਆਪ ਸਹਿ ਕੇ ਧੁੱਪ ਦੀਆਂ ਤਪਸ਼ਾਂ, ਬੱਚਿਆਂ ਨੂੰ ਕਰਦਾ ਛਾਵਾਂ। ਆਪ ਸਹਿ ਕੇ ਧੁੱਪ ਦੀਆਂ ਤਪਸ਼ਾਂ, ਬੱਚਿਆਂ ਨੂੰ ਕਰਦਾ ਛਾਵਾਂ। ਬਾਪੂ ਦੇ ਬਿਨ ਚਾਅ ਅਧੂਰੇ, ਬਾਪੂ ਬਿਨ ਅਧੂਰੀਆਂ ਮਾਵਾਂ। ਬਾਪੂ ਦੇ ਬਿਨ ਚਾਅ ਅਧੂਰੇ, ਬਾਪੂ ਬਿਨ ਅਧੂਰੀਆਂ ਮਾਵਾਂ। ਹੀਰ ਆਪਣੀ ਕਲਮ ਰਾਹੀਂ ਬਾਪੂ ਦੀ ਉਸਤਤ ਕਰਨ ਦੀ ਕੋਸ਼ਿਸ਼ ਕਰਦਾ। ਫਿਰ ਵੀ ਬਾਪੂ ਦਾ ਜ਼ਿਕਰ ਕੋਈ ਖੁੱਲ ਕੇ ਕਿਉਂ ਨਹੀਂ ਕਰਦਾ? ਫਿਰ ਵੀ ਬਾਪੂ ਦਾ ਜ਼ਿਕਰ ਕੋਈ ਖੁੱਲ ਕੇ ਕਿਉਂ ਨਹੀਂ ਕਰਦਾ? ਮੇਰੇ ਰੂਹ ਦੇ ਅਹਿਸਾਸ
ਇਹ ਰਚਨਾ ਮੈਂ ਬਾਪੂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਯਾਦ ਕਰਦੇ ਹੋਏ ਲਿਖਿਆ। ਤੁਸੀਂ ਸਭ ਇਸ ਨੂੰ ਸੁਣ ਕੇ ਮਹਿਸੂਸ ਕਰੋਗੇ ਕਿ ਬਾਪੂ ਸਾਡੇ ਲਈ ਕੀ ਕੁਝ ਨਹੀਂ ਕਰਦਾ। ਬਾਪੂ ਦਾ ਦੇਣ ਨਾ ਕੋਈ ਦੇ ਸਕਿਆ ਤੇ ਨਾ ਕੋਈ ਦੇ ਸਕਦਾ। ਮੈਂ ਮੇਰੇ ਨਾਲ ਜੁੜੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਰੂਹਾਂ, ਦਿਲੋਂ ਧੰਨਵਾਦ ਤੁਹਾਡਾ ਸਭ ਦਾ। 1000 ਦੇ ਕਰੀਬ ਮੇਰੇ ਨਾਲ ਇਸ ਪ੍ਰੋਗਰਾਮ ਨੂੰ, ਮੇਰੇ ਇਸ ਲਾਈਵ ਪ੍ਰੋਗਰਾਮ ਨੂੰ ਦੇਖ ਰਹੇ ਨੇ। ਕੋਸ਼ਿਸ਼ ਹੈ ਮੈਂ ਤੁਹਾਡੀਆਂ ਰੂਹਾਂ ਨੂੰ ਸਕੂਨ ਦੇਣ ਵਾਲੀਆਂ ਰਚਨਾਵਾਂ ਪੇਸ਼ ਕਰਦਾ ਰਹਾਂ। ਤੁਸੀਂ ਇਹ ਰਚਨਾ ਮੇਰੀ ਸੁਣ ਕੇ ਵੇਖਿਆ ਹੋਣਾ ਹੈ ਕਿ ਮੈਂ ਬਿਲਕੁਲ ਸਿੱਧਾ ਤੇ ਸਾਫ਼ ਲਿਖਿਆ ਹੈ। ਕੋਈ ਔਖਾ ਸ਼ਬਦ ਮੇਰੀ ਰਚਨਾ ਦੇ ਵਿੱਚ ਕਦੇ ਵੀ ਨਹੀਂ ਹੁੰਦਾ। ਮੈਂ ਉਹ ਸ਼ਬਦਾਵਲੀ ਆਪਣੀਆਂ ਰਚਨਾਵਾਂ ਵਿੱਚ ਵਰਤਦਾ ਹਾਂ ਜਿਹੜੀ ਇੱਕ ਆਮ ਜ਼ਿੰਦਗੀ ਵਿੱਚ ਵਰਤੀ ਜਾਂਦੀ ਹੈ, ਜਿਸ ਦੀ ਸਮਝ ਇੱਕ ਆਮ ਇਨਸਾਨ ਨੂੰ ਵੀ ਆ ਜਾਵੇ। ਬਹੁਤ ਪਿਆਰ ਬਖਸ਼ ਰਹੇ ਹੋ। ਮੈਂ ਕਮੈਂਟਸ ਪੜ੍ਹਦਾ ਪਹਿਲਾਂ। ਦਵਿੰਦਰ ਕੌਰ ਜੀ ਧੰਨਵਾਦ, ਗੋਡ ਬਲੈਸ ਯੂ, ਧੰਨਵਾਦ। ਸਤਵੰਤ ਕੌਰ ਸੁਖੀ, ਸਹੀ ਕਿਹਾ ਵੀਰ ਜੀ, ਇੱਕ ਖਾਬ ਅਧੂਰਾ ਹੈ, ਦਿਲੋਂ ਧੰਨਵਾਦ। ਨਿਕ ਸਿੰਘ ਸਤਿ ਸ਼੍ਰੀ ਅਕਾਲ, ਦਿਲੋਂ ਧੰਨਵਾਦ ਜੀ। ਹਰਵੰਸ ਲਾਲ ਜੀ ਦਿਲੋਂ ਧੰਨਵਾਦ। ਮਿਹਰ ਚੰਦ ਜੀ ਦਿਲੋਂ ਧੰਨਵਾਦ। ਸੁਖੀ ਜੀ ਦਿਲੋਂ ਧੰਨਵਾਦ। ਲਖਵੀਰ ਕੌਰ ਗ੍ਰੇਟ, ਧੰਨਵਾਦ ਬਹੁਤ ਤੁਹਾਡਾ। ਨੀਨਾ ਸੈਜਲੀਨ ਥੈਂਕ ਯੂ। ਲਖਵੀਰ ਕੌਰ ਗਿੱਲ ਯੂ ਆਰ ਰਾਈਟ, ਧੰਨਵਾਦ ਜੀ ਤੁਹਾਡਾ। ਫਾਦਰ ਸਾਹਿਬ ਵੀ ਮੇਰੇ ਬੜੇ ਅੱਛੇ ਕਮੈਂਟ ਕਰ ਰਹੇ ਨੇ। ਰੂਹ ਮੇਰੀ ਭਰ ਆਉਂਦੀ ਹੈ ਜਦੋਂ ਸਾਡੀਆਂ ਲਿਖਤਾਂ, ਸਾਡੇ ਕੀਤੇ ਕੰਮਾਂ ਦੀ ਮਾਤਾ ਪਿਤਾ ਤੁਹਾਡੇ ਪ੍ਰੇਜ਼ ਕਰਨ, ਤੁਹਾਨੂੰ ਬਲੈਸਿੰਗ ਦੇਣ, ਉਦੋਂ ਰੂਹ ਭਰ ਆਉਂਦੀ ਹੈ। ਨਿਕ ਸਿੰਘ ਜੀ ਫਿਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਪਿਆਰ ਦੇ ਰਹੇ ਨੇ। ਦੀਪਕ ਦੀਕਸ਼ਿਤ ਜੀ ਦਿਲੋਂ ਧੰਨਵਾਦ। ਕੁਸਮ ਕੱਕੜ ਜੀ ਵੈਰੀ ਟਰੂ, ਦਿਲੋਂ ਧੰਨਵਾਦ। ਗੁਰਜੀਤ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ। ਸਤਵੀਰ ਹੀਰ ਜੀ ਵੈਲ ਸੈਡ, ਧੰਨਵਾਦ ਤੁਹਾਡਾ ਵੀ ਜੀ। ਐਡਵੋਕੇਟ AP ਸਿੰਘ ਜੀ ਦਿਲੋਂ ਧੰਨਵਾਦ। ਪ੍ਰਦੀਪ ਨੰਦਾ ਜੀ ਵੀ ਸਾਨੂੰ ਲਿਖ ਕੇ ਭੇਜਦੇ ਨੇ। ਮਾਂ ਬਿਨਾਂ ਕੋਈ ਘਰ ਬਣਦਾ ਏ, ਪਿਓ ਬਿਨਾਂ ਕੋਈ ਤਾਜ, ਮਾਂ ਦੇ ਸਿਰ ਤੇ ਆਸ਼ਾ ਹੁੰਦੀਆਂ, ਪਿਓ ਦੇ ਸਿਰ ਤੇ ਰਾਜ। ਕਿਆ ਬਾਤ ਹੈ ਜੀ ਪ੍ਰਦੀਪ ਨੰਦਾ ਜੀ, ਬਹੁਤ ਸੋਹਣੇ ਵਿਚਾਰ ਤੁਹਾਡੇ। ਜਸਮੇਲ ਸਿੰਘ ਜੀ ਦਿਲੋਂ ਧੰਨਵਾਦ, ਵੈਰੀ ਨਾਈਸਲੀ। ਦਵਿੰਦਰ ਕੌਰ ਜੀ ਸਾਨੂੰ ਹਾਰਟ ਭੇਜਦੇ ਨੇ। ਅੰਕਿਤਾ ਹੀਰ ਸਾਡੇ ਨਾਲ ਜੁੜੇ ਨੇ, ਦਿਲੋਂ ਧੰਨਵਾਦ। ਗੁਰਜੀਤ ਸਿੰਘ ਜੀ ਦਿਲੋਂ ਧੰਨਵਾਦ। ਤੁਹਾਡਾ ਸਭ ਦਾ ਤਹਿ ਦਿਲੋਂ ਸ਼ੁਕਰੀਆ। ਤੁਸੀਂ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ। ਅੱਜ ਮੇਰੀ ਇੱਕ ਰਚਨਾ ਮਾਂ ਦੀ ਤਰਫ ਮੈਂ ਇੱਕ ਛੋਟੀ ਜਿਹੀ ਰਚਨਾ ਲਿਖੀ ਸੀ। ਇੱਕ ਵਾਕਿਆ ਸੀ, ਕੁਝ ਅਸਲੀਅਤ ਅਹਿਸਾਸ ਮੇਰੇ, ਤੇ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਕੱਕੜ ਸਾਹਿਬ ਜੀ, ਉਹਨਾਂ ਨੇ ਉਹ ਰਚਨਾ ਦੀ ਸਾਂਝ ਆਪਣੇ ਦੋਸਤ ਨਾਲ ਪਾਈ ਤੇ ਸਰਦਾਰ ਆਤਮਜੀਤ ਸਿੰਘ ਜੀ ਪਟਿਆਲੇ ਤੋਂ, ਉਹਨਾਂ ਨੇ ਵੀ ਮੇਰੀ ਰਚਨਾ ਪਸੰਦ ਕਰੀ ਤੇ ਉਹ ਰਚਨਾ ਇਹਨਾਂ ਦੇ ਹੱਥਾਂ ਵਿੱਚੋਂ ਹੁੰਦੀ ਹੋਈ ਪਰਮ ਸ਼੍ਰੀ ਜਗਜੀਤ ਸਿੰਘ ਜੀ ਦਰਦੀ ਜੀ ਦੇ ਆਪਣੀ ਅਖਬਾਰ ਚੜ੍ਹਦੀ ਕਲਾ, ਪੰਜਾਬੀ ਨਿਊਜ਼ਪੇਪਰ ਚੜ੍ਹਦੀ ਕਲਾ ਵਿੱਚ ਪਬਲਿਸ਼ ਕੀਤੀ ਹੈ ਅੱਜ ਪਟਿਆਲਾ ਲੋਕਲ 'ਚ ਸਾਹਿਤਕ ਪੇਜ ਤੇ। ਉਹ ਜ਼ਰੂਰ ਪੜ੍ਹਨਾ। ਉਹ ਰਚਨਾ ਮੈਂ ਮਾਂ ਬਾਰੇ ਲਿਖੀ ਹੈ। ਉਸ ਰਚਨਾ ਵਿੱਚ ਕੁਛ ਦਰਦ ਹੈ,
ਦਰਦ ਦਾ ਅਹਿਸਾਸ ਹੈ ਤੇ ਮੈਂ ਅੱਜ ਆਪਣੇ ਪੇਜ ਤੇ ਵੀ ਸਾਂਝੀ ਕਰੀ ਹੈ ਰਚਨਾ, ਤੇ ਤੁਸੀਂ ਉਹ ਜ਼ਰੂਰ ਪੜ੍ਹਨਾ ਤੇ ਪੜ੍ਹ ਕੇ ਮਹਿਸੂਸ ਕਰਨਾ ਕੁਛ ਕਿ ਅਸੀਂ ਤੁਹਾਡੇ ਉਸ ਸੋਚ, ਤੁਹਾਡੀ ਉਸ ਉਮੀਦ ਤੇ ਖਰੇ ਉਤਰੇ ਹਾਂ। ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ, ਜਿਨ੍ਹਾਂ ਸਾਡੀ ਇਸ ਰਚਨਾ ਨੂੰ ਮਾਣ ਬਖਸ਼ਿਆ ਤੇ ਅੱਜ ਦੀ ਨਿਊਜ਼ਪੇਪਰ ਚੜ੍ਹਦੀ ਕਲਾ ਪੰਜਾਬੀ ਨਿਊਜ਼ਪੇਪਰ 'ਚ ਪਬਲਿਸ਼ ਕਰਿਆ। ਦਿਲੋਂ ਧੰਨਵਾਦ। ਸਾਡੇ ਕੋਲ ਕੁਝ ਰਚਨਾਵਾਂ ਲਿਖਤਾਂ ਆਈਆਂ ਨੇ, ਉਹ ਲਿਖਤਾਂ ਦੀ ਅਸੀਂ ਸਾਂਝ ਪਾਵਾਂਗੇ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਇਹ ਸਾਡੀਆਂ ਲਿਖਤਾਂ ਅਸੀਂ ਇਸ ਪੇਜ ਦੇ ਉੱਤੇ ਆਪਣੀਆਂ ਹੀ ਲਿਖਤਾਂ ਸਾਂਝੀਆਂ ਕਰਦੇ ਹਾਂ। ਮੈਨੂੰ ਵੀ ਕਈ ਵਾਰੀ ਕਈ ਫੋਨ ਆਉਂਦੇ ਨੇ, ਬੜੇ ਅੱਛੇ ਕਵੀ ਹੈ, ਅਸੀਂ ਤਾਂ ਸ਼ੁਰੂਆਤ ਕੀਤੀ ਹੈ ਅਹਿਸਾਸ ਲਿਖਣ ਦੀ, ਅਸੀਂ ਕਵੀ ਨਹੀਂ ਕਹਿੰਦੇ ਆਪਣੇ ਆਪ ਨੂੰ। ਅਸੀਂ ਤਾਂ ਤੁਹਾਡੇ ਸੇਵਕ ਹਾਂ ਤੇ ਤੁਹਾਡੀ ਰੂਹਾਂ ਨੂੰ ਸਾਡੀਆਂ ਲਿਖਤਾਂ ਨਾਲ ਸਕੂਨ ਮਿਲ ਜਾਵੇ, ਸਾਡੇ ਲਈ ਉਹ ਰੱਬ ਰਾਜੀ ਹੋਣ ਦੇ ਬਰਾਬਰ ਹੈ। ਅਸੀਂ ਇਸ ਕਰਕੇ ਕਿਸੇ ਹੋਰ ਦੀ ਪੋਸਟ ਆਪਣੇ ਪੇਜ ਤੋਂ ਸਾਂਝੀ ਨਹੀਂ ਕਰਦੇ ਕਿਉਂਕਿ ਅਸੀਂ ਇੱਕ ਅਹਿਸਾਸ ਐਸੇ ਸਾਂਝੇ ਕਰਦੇ ਹਾਂ ਕਿ ਉਹਦੀ ਲੜੀ ਚੱਲੀ ਰਹੇ, ਕੁਛ ਹੋਰ ਤਰ੍ਹਾਂ ਦੀ ਰਚਨਾ ਵਿੱਚ ਆ ਕੇ ਉਹਦਾ ਕੁਛ ਹੋਰ ਮਤਲਬ ਬਣ ਜਾਵੇ, ਫਿਰ ਉਸ ਚੀਜ਼ ਦਾ ਕੋਈ ਬਹੁਤਾ ਮਤਲਬ ਜਿਸ ਤਰ੍ਹਾਂ ਦੇ ਤੁਸੀਂ ਭਾਵ ਰੱਖਦੇ ਹੋ, ਜਿਸ ਤਰ੍ਹਾਂ ਦੇ ਤੁਸੀਂ ਸਾਡੇ ਤੋਂ ਉਮੀਦ ਰੱਖਦੇ ਹੋ, ਉਹ ਉਸ ਲਾਈਨ ਤੋਂ ਵੱਖ ਹੋ ਜਾਊਗੀ। ਇਸ ਲਈ ਅਸੀਂ ਥੋੜਾ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਅਹਿਸਾਸ ਹੀ ਆਪਣੇ ਪੇਜ ਤੋਂ ਸਾਂਝੇ ਕਰੀਏ। ਸਾਡੇ ਕੋਲ ਕੁਝ ਲਿਖਤਾਂ ਆਈਆਂ ਨੇ, ਅਸੀਂ ਸਾਂਝ ਪਾਵਾਂਗੇ ਤੁਹਾਡੇ ਨਾਲ। ਸਭ ਤੋਂ ਪਹਿਲਾਂ ਦਵਿੰਦਰ ਕੌਰ ਮਨੀਲਾ ਫਿਲੀਪੀਨ ਤੋਂ ਲਿਖਤ ਸਾਡੇ ਕੋਲ ਆਈ ਹੈ। ਇਹਨਾਂ ਨੇ ਬਾਪੂ ਬਾਰੇ ਸਾਂਝ ਪਾਈ ਹੈ। ਬਾਪੂ ਇੱਕ ਅਜਿਹੀ ਸ਼ਖਸੀਅਤ ਹੈ ਜਿਸ ਤੋਂ ਡਰ ਲੱਗਦਾ ਸੀ, ਪਰ ਉਸ ਦੇ ਹੁੰਦੇ ਕਿਸੇ ਦਾ ਡਰ ਨਹੀਂ ਸੀ। ਬਹੁਤ ਅੱਛੀ ਤੁਹਾਡੀ ਬਹੁਤ ਅੱਛਾ ਅਹਿਸਾਸ ਤੁਸੀਂ ਲਿਖ ਕੇ ਭੇਜਿਆ ਹੈ। ਇਹਨਾਂ ਨੇ ਇੱਕ ਹੋਰ ਲਿਖਿਆ ਹੈ, ਬਾਪੂ ਮੁੱਕੇ ਤਾਂ ਸਾਰੇ ਚਾਹ ਮੁੱਕ ਜਾਂਦੇ, ਖੁਸ਼ੀ ਵਾਲੇ ਸਭ ਰਾਹ ਮੁੱਕ ਜਾਂਦੇ। ਦਿਲੋਂ ਦੁਆਵਾਂ ਤੁਹਾਡੀਆਂ ਇਹਨਾਂ ਸਤਰਾਂ ਲਈ। ਇਸ ਤੋਂ ਬਾਅਦ ਗੁਰਵਿੰਦਰ ਸਿੰਘ ਜੀ, ਇਹਨਾਂ ਨੇ ਪਿਛਲੀ ਵਾਰੀ ਵੀਰ ਭੇਜੀ ਸੀ ਸਾਨੂੰ, ਪਿੰਡ ਢਹਿ ਪਈ ਤੋਂ ਜ਼ਿਲ੍ਹਾ ਲੁਧਿਆਣਾ ਪੱਖੋਵਾਲ ਰੋਡ ਤੇ ਰਹਿੰਦੇ ਨੇ। ਇਹਨਾਂ ਨੇ ਵੀ ਸਾਂਝ ਪਾਈ ਹੈ ਆਪਣੀ ਰਚਨਾ ਦੀ। ਹੌਸਲਾ ਨਹੀਂ ਸੀ ਪੈਂਦਾ ਕਲਮ ਫੜਨ ਦਾ, ਅੱਜ ਲਿਖਣ ਲੱਗਾ ਨਾਲ ਜਜ਼ਬਾਤਾਂ ਦੇ। ਸਦਕੇ ਜਾਵਾਂ ਬਾਪੂ ਤੇਰੀ ਮਿਹਨਤ ਤੋਂ, ਦੁੱਖ ਚੱਲੇ ਜੋ ਮਾੜੇ ਹਾਲਾਤਾਂ ਦੇ। ਸਾਡੀ ਇੱਕ ਟਾਈਮ ਦੀ ਰੋਟੀ ਦੇ ਲਈ ਨੱਕੇ ਮੋੜੇ ਵਿੱਚ ਬਹੁਤੀਆਂ ਰਾਤਾਂ ਦੇ। ਬਾਪੂ ਤੇਰਾ ਦੇਣਾ ਤਾਂ ਨਹੀਂ ਦੇ ਸਕਦਾ, ਨਾ ਦੱਸ ਸਕਦਾ ਵਿੱਚ ਲਿਖ ਬਾਤਾਂ ਦੇ। ਕਿਆ ਬਾਤ ਹੈ ਜੀ, ਤੁਹਾਡੀ ਇੰਨੀ ਡੂੰਘੇ ਅਹਿਸਾਸ, ਤੁਹਾਡੇ ਰੱਬ ਵਰਗੇ ਬਾਪੂ ਲਈ ਅਸੀਂ ਦੁਆਵਾਂ ਕਰਦੇ ਹਾਂ ਕਿ ਪ੍ਰਮਾਤਮਾ ਸਭ ਦੇ ਮਾਪਿਆਂ ਨੂੰ ਸਿਹਤ ਜਾਬੀ ਬਖਸ਼ੇ ਤੇ ਸਾਇਆ ਸਾਡੇ ਸਿਰ ਤੇ ਬਰਕਰਾਰ ਰਹੇ ਸਭ ਦੇ ਮਾਪਿਆਂ ਦਾ। ਉਸ ਤੋਂ ਬਾਅਦ ਲਿਖਤ ਅਗਲੀ ਆਈ ਹੈ ਜੀ, ਲਖਵੀਰ ਕੌਰ ਜੀ ਕੈਲਗਰੀ ਤੋਂ, ਕੈਨੇਡਾ ਤੋਂ ਲਿਖ ਕੇ ਭੇਜ ਰਹੇ ਨੇ ਜੀ। ਅੱਜ ਪਾਪਾ ਜੀ ਨੂੰ ਵਿਛੜੇ ਕਈ ਵਰੇ ਹੋ ਗਏ, ਪਰ ਹੁਣ ਕਦੇ ਵੀ ਕੁਝ ਚੰਗਾ ਜਾਂ ਮਾੜਾ ਵਾਪਰਦਾ ਮੈਂ ਚੁੱਪ ਕੇ ਉਹਨਾਂ ਨਾਲ ਗੱਲ ਕਰਦੀ। ਮੈਨੂੰ ਇਹ ਭਲੀ ਭਾਂਤ ਪਤਾ ਹੈ
ਕਿ ਇਹ ਗੱਲਾਂ ਉਹਨਾਂ ਤੱਕ ਪਹੁੰਚਦੀਆਂ ਜਾਂ ਨਹੀਂ, ਪਰ ਇਹ ਮੇਰੇ ਦਿਲ ਨੂੰ ਇੱਕ ਚੰਗਾ ਅਹਿਸਾਸ ਕਰਵਾਉਂਦੀਆਂ ਅਤੇ ਹਰ ਪਲ ਇਹ ਮਹਿਸੂਸ ਹੁੰਦਾ ਕਿ ਉਹ ਮੇਰੇ ਕਿਤੇ ਆਸ-ਪਾਸ ਹੀ ਹਨ। ਬਹੁਤ ਡੂੰਘਾ ਅਹਿਸਾਸ ਲਿਖਿਆ ਜੀ ਤੁਸੀਂ। ਵਿਛੜੇ ਮਾਪਿਆਂ ਦੇ ਲਈ ਮਾਪੇ ਛੱਡ ਜਾਂਦੇ, ਪਰ ਮਾਪਿਆਂ ਦੇ ਸਾਏ, ਮਾਪਿਆਂ ਦੇ ਮੌਜੂਦਗੀ ਹਰ ਪਲ ਸਾਨੂੰ ਮਹਿਸੂਸ ਹੁੰਦੀ ਹੈ ਕਿ ਮਾਪੇ ਸਾਡੇ ਨਾਲ ਹੀ ਹਨ। ਇਸ ਤੋਂ ਬਾਅਦ ਅਸੀਂ ਫਿਰ ਇੱਕ ਰਚਨਾ ਹੋਰ ਭੇਜੀ ਹੈ ਸਰਦਾਰ ਤਜਿੰਦਰ ਸਿੰਘ ਕੈਲਗਰੀ ਤੋਂ, ਬਲਵਿੰਦਰ ਕੌਰ ਕੈਲਗਰੀ ਕੈਨੇਡਾ ਤੋਂ। ਜ਼ਿੰਦਗੀ ਵਿੱਚ ਬਾਕਮਾਲ ਬਣਨ ਲਈ, ਜ਼ਿੰਦਗੀ ਵਿੱਚ ਬਾਕਮਾਲ ਬਣਨ ਲਈ ਬਾਪੂ ਦੀ ਸਖਤੀ ਬਰਦਾਸ਼ਤ ਕਰਨੀ ਸਿੱਖੋ। ਕੀ ਬਾਤ ਹੈ ਜੀ, ਦਿਲੋਂ ਦੁਆਵਾਂ ਤੁਹਾਨੂੰ। ਬਿਲਕੁਲ ਸਹੀ ਲਿਖਿਆ ਹੈ ਤੁਸੀਂ। ਬਾਪੂ ਦੀ ਸਖਤੀ ਬਰਦਾਸ਼ਤ ਕਰਨੀ ਜੋ ਸਿੱਖ ਗਿਆ, ਉਹ ਜ਼ਿੰਦਗੀ ਦੇ ਵਿੱਚ ਕਦੇ ਮਾਰ ਨਹੀਂ ਖਾਂਦਾ। ਸਾਡੇ ਕੋਲ ਬਹੁਤ ਪਿਆਰ ਭਰੇ ਕਮੈਂਟਸ ਆ ਰਹੇ ਨੇ, ਇੱਕ ਵਾਰੀ ਫੇਰ ਪੜ੍ਹ ਲੈਂਦੇ ਹਾਂ ਜੀ। ਰੀਟਾ ਥਿੰਡ ਵੀ ਸਾਡੇ ਨਾਲ ਜੁੜੇ ਨੇ ਜੀ, ਦਿਲੋਂ ਧੰਨਵਾਦ। ਸਮੀਰ ਜੀ ਸਾਡੇ ਨਾਲ ਜੁੜੇ ਨੇ, ਦਿਲੋਂ ਧੰਨਵਾਦ। ਜਰਨੈਲ ਸਿੰਘ ਜੀ, ਗੋਡ ਬਲੈਸ ਯੂ, ਦਿਲੋਂ ਧੰਨਵਾਦ ਜੀ। ਕੁਲਵੀਰ ਕੌਰ ਜੋਹਲ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਦਿਲੋਂ ਧੰਨਵਾਦ ਜੀ। ਗੁਰਜੀਤ ਸਿੰਘ ਵੈਲ ਸੈਡ, ਧੰਨਵਾਦ ਜੀ। ਅੰਕਿਤਾ ਹੀਰ, ਦਿਲੋਂ ਧੰਨਵਾਦ ਜੀ ਸਾਰਿਆਂ ਦਾ। ਤੁਸੀਂ ਸਾਨੂੰ ਪਿਆਰ ਤੇ ਅਸੀਸ ਬਖਸ਼ ਰਹੇ ਹੋ। ਗੁਰਵਿੰਦਰ ਸਿੰਘ ਜੀ, ਬਹੁਤ ਵਧੀਆ ਵੀਰ ਜੀ, ਦਿਲੋਂ ਧੰਨਵਾਦ ਤੁਹਾਡਾ ਸਭ ਦਾ। ਇਸ ਤੋਂ ਬਾਅਦ ਅਸੀਂ ਆਪਣੀ ਅਗਲੀ ਰਚਨਾ ਵੱਲ ਵਧਦੇ ਹਾਂ। ਇਹ ਵੀ ਸਾਡੀ ਬਹੁਤ ਸਿੱਧੀ ਤੇ ਸਾਦੀ ਜਿਹੀ ਰਚਨਾ ਹੈ। ਤੁਹਾਡੇ ਸਭ ਨੂੰ ਪਸੰਦ ਆਊਗੀ, ਤੁਹਾਨੂੰ ਉਮੀਦ ਕਰਦੇ ਹਾਂ। ਹਰ ਮਸਲੇ ਦਾ ਹੱਲ ਹੈ ਬਾਪੂ, ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਉਹ ਕਿਹੜਾ ਮਸਲਾ ਹੈ, ਉਹ ਕਿਹੜਾ ਕੰਮ ਹੈ, ਉਹ ਕਿਹੜਾ ਚਾਹ ਹੈ, ਉਹ ਕਿਹੜੀ ਉਮੀਦ ਹੈ ਜੋ ਬਾਪੂ ਪੂਰੀ ਨਹੀਂ ਕਰਦਾ। ਤੁਸੀਂ ਅੱਖਾਂ ਬੰਦ ਕਰਕੇ ਕੁਛ ਚਾਹੁੰਦੇ ਹੋ, ਤੁਹਾਡੀ ਧੜਕਣ ਪੜ ਲੈਂਦਾ ਹੈ ਬਾਪੂ। ਬਾਪੂ ਬੋਲਦਾ ਨਹੀਂ, ਬਾਪੂ ਬੋਲ ਕੇ ਆਪਣਾ ਪਿਆਰ ਨਹੀਂ ਦੱਸਦਾ। ਬਾਪੂ ਹਮੇਸ਼ਾ ਲੱਗਦਾ ਹੈ ਕਿ ਬਾਪੂ ਗੁੱਸਾ ਕਰਦਾ ਹੈ, ਬਾਪੂ ਡਾਂਟਦਾ ਰਹਿੰਦਾ ਹੈ, ਪਰ ਬਾਪੂ ਦਾ ਉਹਦੇ ਵਿੱਚ ਫਿਕਰ ਤੇ ਪਿਆਰ ਹੈ। ਬਾਪੂ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ ਦਾ ਕੰਮ ਕਰਦਾ ਹੈ। ਜਿਵੇਂ ਇੱਕ ਛੋਟੇ ਜਿਹੇ ਪੌਦੇ ਨੂੰ ਇੱਕ ਮਾਲੀ, ਇੱਕ ਸੱਚਾ ਮਾਲੀ ਉਹਦੀਆਂ ਜੜ੍ਹਾਂ ਦੇ ਵਿੱਚ ਪਾਣੀ ਪਾਉਂਦਾ ਹੈ, ਹਰੇਕ ਤਰ੍ਹਾਂ ਦੀ ਉਸਦੀ ਦੇਖਭਾਲ ਕਰਦਾ ਹੈ, ਉਸ ਦਾ ਛੋਟੇ ਜਿਹੇ ਪੌਦੇ ਤੋਂ ਲੈ ਕੇ ਬੂਟਾ ਬਣ ਤੱਕ ਦਾ ਖਿਆਲ ਰੱਖਦਾ ਹੈ। ਉਸ ਤੇ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਕੋਈ ਬੂਟੇ ਨੂੰ, ਪੌਦੇ ਨੂੰ ਬੂਟਾ ਬਣਨ ਦੇ ਦੌਰਾਨ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਸਮੇਂ-ਸਮੇਂ ਤੇ ਇਲਾਜ ਕਰਦਾ ਹੈ। ਉਹ ਬਾਪੂ ਤੁਹਾਡੀ ਹਰ ਖੁਆਇਸ਼, ਤੁਹਾਡੀ ਹਰ ਕਮੀ ਤੁਹਾਡੇ ਚੋਂ ਕੱਢਦਾ ਹੈ, ਤੁਹਾਨੂੰ ਡਾਂਟ ਕੇ, ਤੁਹਾਨੂੰ ਝਿੜਕ ਕੇ, ਤੁਹਾਨੂੰ ਸਮਝਾ ਕੇ। ਅਸੀਂ ਵੀ ਕਈ ਵਾਰੀ ਬਚਪਨ 'ਚ ਗੁੱਸਾ ਕਰ ਜਾਂਦੇ ਸੀ ਬਾਪੂ ਦੀ ਝਿੜਕ ਦਾ, ਪਰ ਅੱਜ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਝਿੜਕਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਹ ਖਾਧੀਆਂ ਹੋਈਆਂ ਝਿੜਕਾਂ
ਸਾਡੀ ਜ਼ਿੰਦਗੀ 'ਚ ਕਿੰਨੇ ਕੰਮ ਆਈਆਂ ਤੇ ਸਾਨੂੰ ਉਹਨਾਂ ਝਿੜਕਾਂ ਦੀ ਬਦੌਲਤ ਅੱਜ ਚੰਗਾ ਖਾਣ ਪੀਣ ਤੇ ਰਹਿਣ ਨੂੰ ਮਿਲ ਰਿਹਾ ਹੈ। ਇਹ ਬਾਪੂ ਦੀਆਂ ਝਿੜਕਾਂ, ਬਾਪੂ ਦਾ ਪਿਆਰ, ਬਾਪੂ ਦਾ ਫਿਕਰ। ਲਓ ਜੀ, ਸਾਡੀ ਅਗਲੀ ਰਚਨਾ ਹਰ ਮਸਲੇ ਦਾ ਹੱਲ ਹੈ ਬਾਪੂ, ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਘਰ ਦੀ ਬੁਨਿਆਦ ਹੈ ਬਾਪੂ, ਘਰ ਦੇ ਵਿਹੜਿਆਂ ਦੀ ਸ਼ਾਦ ਹੈ ਬਾਪੂ। ਸ਼ਾਦ ਉਰਦੂ ਦਾ ਸ਼ਬਦ ਹੈ, ਸ਼ਾਦ ਦਾ ਮਤਲਬ ਖੁਸ਼ੀ। ਘਰ ਦੀ ਬੁਨਿਆਦ ਹੈ ਬਾਪੂ, ਰੱਬ ਦੇ ਘਰ ਦੇ ਵਿਹੜਿਆਂ ਦੀ ਸ਼ਾਦ ਹੈ ਬਾਪੂ। ਉਮੀਦਾਂ ਦੀਆਂ ਮੁਰਝਾਈਆਂ ਵੇਲਾਂ ਲਈ ਹੌਸਲੇ ਦੀ ਖਾਦ ਹੈ ਬਾਪੂ। ਜਿਸ ਦੇ ਬਿਨਾ ਅਧੂਰੀ ਜ਼ਿੰਦਗੀ, ਉਹ ਕੀਮਤੀ ਪਲ ਹੈ ਬਾਪੂ। ਜਿਸ ਦੇ ਬਿਨਾ ਅਧੂਰੀ ਜ਼ਿੰਦਗੀ, ਉਹ ਕੀਮਤੀ ਪਲ ਹੈ ਬਾਪੂ। ਹਰ ਮਸਲੇ ਦਾ ਹੱਲ ਹੈ ਬਾਪੂ, ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਉਮੀਦ ਕਰਦੇ ਹਾਂ ਤੁਸੀਂ ਮੇਰੀ ਇਸ ਰਚਨਾ ਨਾਲ ਸਹਿਮਤ ਹੋਵੋਗੇ, ਪਿਆਰ ਬਖਸ਼ੋਗੇ ਸਾਨੂੰ। ਅੱਗੇ ਵਧਦੇ ਹਾਂ। ਵੇਖਣਾ ਚਾਹੁੰਦਾ ਜੇ ਸਬਰਾਂ ਦਾ ਸਾਗਰ, ਬਾਪੂ ਦੀ ਸੂਰਤ ਦਾ ਦੀਦਾਰ ਤੂੰ ਕਰਿਆ ਕਰ। ਰੱਬ ਨੂੰ ਜੇ ਤੂੰ ਖੁਸ਼ ਕਰਨਾ ਚਾਹੁੰਦਾ, ਸਜਦਾ ਬਾਪੂ ਨੂੰ ਕਰਿਆ ਕਰ। ਰੱਬ ਨੂੰ ਜੇ ਤੂੰ ਖੁਸ਼ ਕਰਨਾ ਚਾਹੁੰਦਾ, ਸਜਦਾ ਬਾਪੂ ਨੂੰ ਕਰਿਆ ਕਰ। ਬਾਪੂ ਨਾਲ ਹੀ ਜ਼ਿੰਦਗੀ ਮੇਰੀ, ਬਾਪੂ ਨਾਲ ਹੀ ਜ਼ਿੰਦਗੀ ਮੇਰੀ, ਮੇਰਾ ਅੱਜ ਤੇ ਕੱਲ ਹੈ ਬਾਪੂ। ਹਰ ਮਸਲੇ ਦਾ ਹੱਲ ਹੈ ਬਾਪੂ, ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਮੈਂ ਬਹੁਤ ਪਿਆਰ ਕਰਦਾ ਆਪਣੇ ਮਾਪਿਆਂ ਨੂੰ, ਬੜੀਆਂ ਮੇਰੇ ਤੇ ਉਹਨਾਂ ਦੀਆਂ ਅਸੀਸਾਂ ਨੇ, ਮੇਰੇ ਦਿਲ ਦੀ ਸਮਝ ਆਉਂਦੇ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਲੰਬੀਆਂ ਉਮਰਾਂ ਬਖਸ਼ੇ, ਸਭ ਦੇ ਮਾਪਿਆਂ ਨੂੰ ਲੰਬੀਆਂ ਉਮਰਾਂ ਬਖਸ਼ੇ। ਅੱਗੇ ਵਧਦੇ ਹਾਂ। ਕਦੇ ਕਦਾਈ ਬਾਪੂ ਘੂਰੀ ਵੱਟਦਾ, ਕਦੇ ਉੱਚੀ ਬੋਲ ਡਰਾਉਂਦਾ, ਕਦੇ ਦੇ ਕੇ ਹੱਲਾ ਸ਼ੇਰੀ ਬੱਚਿਆਂ ਨੂੰ ਸ਼ੇਰ ਬਣਾਉਂਦਾ। ਉਸ ਦੀਆਂ ਝਿੜਕਾਂ ਵਿੱਚ ਫਿਕਰ ਹੈ ਉਸਦਾ, ਜਿਉਣ ਦਾ ਦੱਸਦਾ ਵੱਲ ਹੈ ਬਾਪੂ। ਹਰ ਮਸਲੇ ਦਾ ਹੱਲ ਹੈ ਬਾਪੂ, ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਬਾਪੂ ਹੁੰਦਾ ਰੁੱਖ ਬੋੜਦਾ। ਦੇਖੋ, ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਅਸੀਂ ਮਾਂ ਦੀ ਉਸਤਤ ਕਰਦੇ ਹਾਂ, ਉਸੇ ਤਰ੍ਹਾਂ ਬਾਪੂ ਦੀ ਉਸਤਤ ਵੀ ਕਰੀ ਜਾਵੇ। ਸਾਡੀ ਅੱਜ ਦੀ ਇਹ ਲਾਈਵ ਪ੍ਰੋਗਰਾਮ ਦੀ ਪੇਸ਼ਕਸ਼ ਸਾਡੇ ਡੂੰਘੇ ਅਹਿਸਾਸ, ਸਾਡੇ ਭਾਵ, ਸਾਡਾ ਪਿਆਰ ਬਾਪੂ ਲਈ। ਅੱਜ ਅਸੀਂ ਉਹ ਸਾਂਝ ਪਾ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਜੁੜੇ ਹੋ। ਅਸੀਂ ਤੁਹਾਡੇ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤਕਰੀਬਨ ਮੈਂ ਦੇਖ ਰਿਹਾ 1000 ਦੇ ਕਰੀਬ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਿਆਰੀਆਂ ਰੂਹਾਂ ਜੁੜੀਆਂ ਨੇ। ਬਹੁਤ ਮਾਣ ਬਖਸ਼ ਰਹੇ ਹੋ, ਤਹਿ ਦਿਲੋਂ ਸ਼ੁਕਰੀਆ ਸਭ ਦਾ। ਅੱਗੇ ਵਧਦੇ ਹਾਂ। ਬਾਪੂ ਹੁੰਦਾ ਰੁੱਖ ਬੋੜਦਾ, ਮਾਂ ਬੋੜ ਦੀ ਛਾਂ। ਬਾਪੂ ਬਿਨਾ ਅਧੂਰੀ ਜ਼ਿੰਦਗੀ, ਬਾਪੂ ਬਿਨਾ ਅਧੂਰੀ ਜ਼ਿੰਦਗੀ, ਬਾਪੂ ਬਿਨਾ ਅਧੂਰੀ ਮਾਂ। ਬਾਪੂ ਤੋਂ ਬਿਨਾ ਜ਼ਿੰਦਗੀ ਬੱਚਿਆਂ ਦੀ ਵੀ ਅਧੂਰੀ ਤੇ ਜ਼ਿੰਦਗੀ ਮਾਂ ਦੀ ਵੀ ਅਧੂਰੀ।
ਇਹ ਅਹਿਮ ਰੋਲ ਹੈ ਬਾਪੂ ਦਾ ਸਾਡੀ ਜ਼ਿੰਦਗੀ ਦੇ ਵਿੱਚ। ਬਾਪੂ ਬਿਨਾ ਅਧੂਰੀ ਜ਼ਿੰਦਗੀ, ਬਾਪੂ ਬਿਨਾ ਅਧੂਰੀ ਮਾਂ। ਵਿੱਚ ਜੇਠ ਦੇ ਤਪਦੇ ਦੁਪਹਿਰੇ ਦੇ, ਵਿੱਚ ਜੇਠ ਦੇ ਤਪਦੇ ਦੁਪਹਿਰੇ ਦੇ, ਠੰਡੀ ਹਵਾ ਦੀ, ਠੰਡੀ ਹਵਾ ਦੀ ਫਲ ਹੈ ਬਾਪੂ। ਹਰ ਮਸਲੇ ਦਾ ਹੱਲ ਹੈ ਬਾਪੂ। ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਹਰ ਮਸਲੇ ਦਾ ਹੱਲ ਹੈ ਬਾਪੂ। ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਕੌਣ ਕਹਿੰਦਾ ਬਾਪੂ ਪਿਆਰ ਘੱਟ ਕਰਦਾ? ਕੌਣ ਕਹਿੰਦਾ ਕਿ ਬਾਪੂ ਪਿਆਰ ਘੱਟ ਕਰਦਾ? ਬੱਚਿਆਂ ਦੇ ਲਈ ਪਲ ਪਲ ਮਰਦਾ। ਪੂਰੀਆਂ ਕਰ ਰੀਝਾਂ ਬੱਚਿਆਂ ਦੀਆਂ। ਇਹ ਧਿਆਨ ਨਾਲ ਸੁਣਨਾ। ਪੂਰੀਆਂ ਕਰ ਰੀਝਾਂ ਬੱਚਿਆਂ ਦੀਆਂ, ਆਪਣੀਆਂ ਵਿੱਚ ਮੁੱਠੀਆਂ ਦੇ ਫੜਦਾ। ਪਿਆਰ ਦਾ ਵਗਦਾ ਸਮੁੰਦਰ, ਪਿਆਰ ਦਾ ਵਗਦਾ ਸਮੁੰਦਰ ਤੇ ਗੰਗਾ ਦਾ ਪਵਿੱਤਰ ਜਲ ਹੈ ਬਾਪੂ। ਹਰ ਮਸਲੇ ਦਾ ਹੱਲ ਹੈ ਬਾਪੂ। ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਰੱਬ ਦੇ ਘਰ ਦੀ ਸੱਚੀ ਗੱਲ ਹੈ ਬਾਪੂ। ਬਹੁਤ ਦਿਲੋਂ ਸਤਿਕਾਰ, ਦਿਲੋਂ ਪਿਆਰ। ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਤੁਸੀਂ ਮੇਰੀਆਂ ਰਚਨਾਵਾਂ, ਮੈਨੂੰ ਉਮੀਦ ਹੈ ਤੁਸੀਂ ਮੇਰੀਆਂ ਰਚਨਾਵਾਂ ਨਾਲ ਸਹਿਮਤ ਹੋਗੇ, ਕਿਉਂਕਿ ਹਰ ਬੱਚੇ ਦੇ ਆਪਣੇ ਅਹਿਸਾਸ ਹੁੰਦੇ ਨੇ ਆਪਣੇ ਮਾਂ-ਬਾਪ ਲਈ। ਕੁਝ ਹਾਲਾਤ, ਕੁਝ ਸਮਾਂ ਔਖਾ ਸੌਖਾ ਆਉਂਦਾ ਹੈ ਜ਼ਿੰਦਗੀ ਦੇ ਵਿੱਚ, ਪਰ ਮਾਂ-ਬਾਪ ਤੋਂ ਬਿਨਾਂ ਉਸ ਮਾੜੇ ਦੌਰ ਚੋਂ ਨਾ ਕੋਈ ਕੱਢ ਸਕਦਾ ਤੇ ਨਾ ਕੋਈ ਨਾਲ ਖੜ ਸਕਦਾ। ਮਾਂ-ਬਾਪ ਰੱਬ ਦਾ ਰੂਪ। ਮੈਂ ਫਿਰ ਤੋਂ ਬੜੇ ਕਮੈਂਟਸ ਆ ਰਹੇ ਨੇ, ਮੈਂ ਫਿਰ ਤੋਂ ਪੜਾਂਗਾ। ਬਹੁਤ ਪਿਆਰ ਬਖਸ਼ ਰਹੇ हैं ਸਾਰੇ। ਸਤਵੀਰ ਹੀਰ ਜੀ, ਮੇਰੇ ਮਿਸਿਸ, ਇਹਨਾਂ ਦਾ ਬਹੁਤ ਸਹਿਯੋਗ ਮੈਨੂੰ ਮੇਰੀਆਂ ਲਿਖਤਾਂ ਦੇ ਵਿੱਚ, ਮੇਰੇ ਇਸ ਸਾਰੇ ਪ੍ਰੋਗਰਾਮ ਨੂੰ ਸੈਟਅਪ ਕਰਾਉਣ ਲਈ। ਮੇਰੀਆਂ ਦੋਨੋਂ ਬੱਚੀਆਂ ਵੀ ਮੇਰੇ ਨਾਲ ਲੱਗੀਆਂ ਰਹਿੰਦੀਆਂ ਨੇ ਇਹ ਸਾਰਾ ਸੈਟਅਪ ਬਣਾਉਣ ਲਈ। ਦਿਲੋਂ ਧੰਨਵਾਦ ਸਾਰਿਆਂ ਦਾ। ਕੁਸਮ ਕੱਕੜ ਜੀ ਧੰਨਵਾਦ। ਰਘਵੀਰ ਸਿੰਘ ਹਾਰਟ ਟਚਿੰਗ, ਦਿਲੋਂ ਧੰਨਵਾਦ ਜੀ। ਦਵਿੰਦਰ ਕੌਰ ਵੈਰੀ ਟਰੂ, ਦਿਲੋਂ ਧੰਨਵਾਦ। ਨੀਨਾ ਸਹਿਜਲੀਨ ਧੰਨਵਾਦ ਜੀ ਤੁਹਾਡਾ ਵੀ। ਦਵਿੰਦਰ ਕੌਰ ਜੀ ਫੇਰ ਬੜਾ ਡੂੰਘਾ ਅਹਿਸਾਸ ਲਿਖ ਰਹੇ ਨੇ। ਦੁੱਖ ਵਟਾਉਣ ਲਈ ਇੱਕ ਸ਼ਖਸ ਕਾਫੀ ਹੁੰਦਾ ਹੈ, ਉਹ ਹੈ ਬਾਪੂ। ਬਹੁਤ ਅੱਛੀ ਤੁਹਾਡੀ ਸੋਚ ਹੈ ਜੀ। ਨਿਕ ਸਿੰਘ ਜੀ ਲਿਖ ਰਹੇ ਨੇ, ਬਹੁਤ ਵਧੀਆ ਤੇ ਬਹੁਤ ਪਿਆਰੇ ਅਹਿਸਾਸ ਨੇ ਜੀ, ਧੰਨਵਾਦ ਤੁਹਾਡਾ ਵੀ। ਲਖਵੀਰ ਕੌਰ ਕੈਲਗਰੀ ਤੋਂ ਲਿਖ ਰਹੇ ਨੇ, ਇਹ ਡਾਟਰ ਫਸਟ ਟੂ ਲਵ ਆਫ ਹਰ ਪਾਪਾ। ਬਿਲਕੁਲ ਸਹੀ ਗੱਲ ਕਹੀ ਤੁਸੀਂ ਦਵਿੰਦਰ ਕੌਰ, ਬਹੁਤ ਸੋਹਣਾ। ਮੇਰੇ ਫਾਦਰ ਸਾਹਿਬ ਲਿਖ ਰਹੇ ਨੇ, ਇੰਟੈਲੀਜੈਂਟਲੀ ਕੋਟਡ ਲਾਈਨਸ ਸਮੁੰਦਰ। ਦਿਲੋਂ ਧੰਨਵਾਦ ਜੀ ਫਾਦਰ ਸਾਹਿਬ ਤੁਹਾਡਾ। ਚਰਨਜੀਤ ਬਾਠ ਵੀ ਪਿਆਰ ਬਖਸ਼ ਰਹੇ ਨੇ ਰਘਵੀਰ ਸਿੰਘ ਜੀ ਦੁਆਰਾ। ਗਗਨਦੀਪ ਸਿੰਘ ਸੋਨਪਾਲ ਪਿਆਰ ਬਖਸ਼ ਰਹੇ ਨੇ, ਦਿਲੋਂ ਧੰਨਵਾਦ। भास्कर कक्कड़ जी वेरी नाइस, ग्रेट जॉब, थैंक यू भास्कर जी। ज्योतिका हीर भी साडे नाल जुड़े ने, दिलों धन्नवाद। अंकिता सोल टचिंग, दिलों धन्नवाद। नमरीत कौर भी सानू प्यार दे रही है, साडे नाल जुड़ी है, दिलों धन्नवाद। असीं प्यार नाल निम्मू कहंदे हैं, साडा छोटा जिहा बच्चा है, परमात्मा लंबी उम्र बख्शे इन्हां नूं। दिलों दुआवां सब लई। सहज सतलीन भी मैनू फ्लावर्स हार्ट भेज रही ने मेरी बेटी, दिलों धन्नवाद तुहाडा भी।
ਅਸੀਂ ਅੱਗੇ ਵਧਦੇ ਹਾਂ। ਮੇਰੀ ਇੱਕ ਰਚਨਾ ਮੈਂ YouTube ਚੈਨਲ ਤੇ ਸਾਂਝ ਪਾਈ ਸੀ, ਤੁਹਾਡੇ ਨਾਲ ਦੁਆਰਾ ਤੋਂ ਅੱਜ ਸਾਂਝ ਪਾਉਂਦੇ ਹਾਂ। ਮੇਰੇ YouTube ਚੈਨਲ ਤੇ ਤੁਸੀਂ ਮੈਨੂੰ ਬਹੁਤ ਪਿਆਰ ਬਖਸ਼ਿਆ। ਇਹ ਰਚਨਾ ਤੁਹਾਡੀ ਪੇਸ਼ੇ ਖਿਦਮਤ। ਅੱਜ ਸਾਡਾ ਸਾਰਾ ਪ੍ਰੋਗਰਾਮ ਹੀ ਡੈਡੀਕੇਟਡ ਹੈ ਬਾਪੂ ਲਈ। ਮਾਂ ਤੋਂ ਬਿਨਾਂ ਬਾਪੂ ਅਧੂਰਾ ਤੇ ਬਾਪੂ ਤੋਂ ਬਿਨਾਂ ਮਾਂ। ਦੋਨੋਂ ਹੀ ਹੁੰਦੇ ਸੱਜਣਾ ਰੱਬ ਦਾ ਨਾਂ। ਸ਼ੁਰੂਆਤ ਕਰਦੇ ਹਾਂ। ਬਾਪੂ ਹੁੰਦਾ ਰੁੱਖ ਬੋੜ ਦਾ, ਮਾਂ ਬੋੜ ਦੀ ਛਾਂ। ਬਾਪੂ ਹੁੰਦਾ ਰੁੱਖ ਬੋੜ ਦਾ, ਮਾਂ ਬੋੜ ਦੀ ਛਾਂ। ਆਪਣੇ ਹਰ ਇੱਕ ਸਾਹ ਦੇ ਵਿੱਚ ਮੈਂ ਸਜਦਾ ਮਾਪਿਆਂ ਨੂੰ ਕਰਾਂ। ਸਾਰੀ ਚਿੰਤਾ ਮੁੱਕ ਜਾਂਦੀ, ਸਾਰੀ ਚਿੰਤਾ ਮੁੱਕ ਜਾਂਦੀ ਜਦੋਂ ਬਾਪੂ ਆ ਮੋਢਿਆਂ ਤੇ ਹੱਥ ਧਰਦਾ। ਅੱਜ ਵੀ ਮੈਂ ਰੱਬ ਤੋਂ ਪਹਿਲਾਂ ਬਾਪੂ ਨੂੰ ਸਜਦਾ ਕਰਦਾ। ਅੱਜ ਵੀ ਮੈਂ ਰੱਬ ਤੋਂ ਪਹਿਲਾਂ ਬਾਪੂ ਨੂੰ ਸਜਦਾ ਕਰਦਾ। ਆਪਣੀਆਂ ਮਾਰ ਕੇ ਰੀਝਾਂ ਬੱਚਿਆਂ ਦੇ ਚਾਅ ਪਗਾਉਂਦਾ। ਚਿਹਰੇ ਤੇ ਸਦਾ ਹਾਸਾ ਰਹਿੰਦਾ। ਬੇਸ਼ੱਕ ਤਾਰੀਆਂ ਵਿੱਚ ਦੁੱਖਾਂ ਦੇ ਜਾਫਰ ਦੇ ਲਾਉਂਦਾ। ਬੇਸ਼ੱਕ ਬੱਚਿਆਂ ਵਾਲੇ ਹੋ ਗਏ, ਬੇਸ਼ੱਕ ਬੱਚਿਆਂ ਵਾਲੇ ਹੋ ਗਏ, ਮੈਂ ਅੱਜ ਵੀ ਬਾਪੂ ਦੀ ਘੂਰੀ ਤੋਂ ਡਰਦਾ। ਅੱਜ ਵੀ ਮੈਂ ਰੱਬ ਤੋਂ ਪਹਿਲਾਂ ਬਾਪੂ ਨੂੰ ਸਜਦਾ ਕਰਦਾ। ਖੁਆਇਸ਼ਾਂ ਦੇ ਪਰਿੰਦੇ ਨਾ ਪਹਿਲਾਂ ਵਾਂਗ ਉਡਾਰੀਆਂ ਭਰਦੇ। ਬਾਪੂ ਦੇ ਸਿਰ ਤੇ ਸੀ ਹਾਮੀ, ਜੈਟ ਖਰੀਦਣ ਦੀ ਭਰਦੇ। ਇਹ ਖਿਆਲ ਮੇਰੇ ਅਹਿਸਾਸ, ਮੇਰੇ ਬਚਪਨ ਦੇ ਅਹਿਸਾਸ ਕਿ ਬਾਪੂ ਦੇ ਸਿਰ ਤੇ, ਬਾਪੂ ਦੇ ਸਿਰ ਤੇ ਕੋਈ ਐਸਾ ਸਾਨੂੰ ਵਹਿਮ ਨਹੀਂ ਸੀ ਕਿ ਸਾਡੀ ਕੋਈ ਇੱਛਾ, ਸਾਡਾ ਕੋਈ ਚਾਅ ਅਧੂਰਾ ਰਹਿ ਜਾਊਗਾ। ਇਸ ਲਈ ਮੈਂ ਲਿਖਿਆ ਹੈ, ਬਾਪੂ ਦੇ ਸਿਰ ਤੇ ਸੀ, ਬਾਪੂ ਦੇ ਸਿਰ ਤੇ ਸੀ ਹਾਮੀ, ਜੈਟ ਖਰੀਦਣ ਦੀ ਭਰਦੇ। ਜਾ ਮੰਜ਼ਿਲ ਦੀ ਹਿੱਕ ਵਿੱਚ ਵੱਜੀਏ, ਜਾ ਮੰਜ਼ਿਲ ਦੀ ਹਿੱਕ ਵਿੱਚ ਵੱਜੀਏ, ਬਾਪੂ ਨਾਲ ਜਦੋਂ ਹੈ ਖੜਦਾ। ਅੱਜ ਵੀ ਮੈਂ ਰੱਬ ਤੋਂ ਪਹਿਲਾਂ ਬਾਪੂ ਨੂੰ ਸਜਦਾ ਕਰਦਾ। ਖੁਸ਼ੀਆਂ ਦੇ ਖਜ਼ਾਨਿਆਂ ਦੀ ਚਾਬੀ ਹੈ ਬਾਪੂ ਮੇਰਾ। ਸੱਚ ਦਾ ਵਗਦਾ ਆਬ, ਨੇਕੀ ਦੀ ਉਦਾਹਰਣ ਹੈ ਬਾਪੂ ਮੇਰਾ। ਹੀਰ ਔਕੜਾਂ ਵੀ ਹੁਣ ਅੱਕੀਆਂ ਤੇਰੇ ਤੋਂ, ਬਾਪੂ ਨਾਲ ਜੋ ਤੇਰੇ ਖੜਦਾ। ਅੱਜ ਵੀ ਮੈਂ ਰੱਬ ਤੋਂ ਪਹਿਲਾਂ ਬਾਪੂ ਨੂੰ ਸਜਦਾ ਕਰਦਾ। ਅੱਜ ਵੀ ਮੈਂ ਰੱਬ ਤੋਂ ਪਹਿਲਾਂ ਬਾਪੂ ਨੂੰ ਸਜਦਾ ਕਰਦਾ। ਇਹ ਮੇਰੇ ਅਹਿਸਾਸ ਮੇਰੇ ਬਾਪੂ ਲਈ, ਮੇਰੇ ਪਿਤਾ ਲਈ, ਮੇਰੇ ਫਾਦਰ ਲਈ, ਮੇਰੇ ਰੱਬ ਲਈ, ਜਿਸ ਨੇ ਜ਼ਿੰਦਗੀ 'ਚ ਆਪ ਔਖਾ ਹੋ ਕੇ ਮੇਰੇ ਸਾਰੇ ਰੀਝਾਂ ਪਗਾਈਆਂ। ਉਮੀਦ ਹੈ ਤੁਹਾਡੇ ਸਭ ਦੇ ਇਹੀ ਅਹਿਸਾਸ ਹੋਣਗੇ। ਮੈਂ ਦੁਬਾਰਾ ਤੋਂ ਕਮੈਂਟ ਪੜ੍ਹਦਾ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਆਦਰਨੀय ਭਾਰਤ ਭੂਸ਼ਣ ਪ੍ਰਸੂਨ ਜੀ, great brother, truth of life, well explained, you are a great soul। बहुत ही महान, बहुत ही रब्बी रूह ने। इन्हां कोल बैठ असीं बहुत कुछ सिੱਖਦੇ ਹਾਂ।
ਇਹ ਜਿਹੜਾ ਮੈਂ ਕਵਿਤਾਵਾਂ ਸ਼ੁਰੂ ਕਰੀਆਂ ਇਹਨਾਂ ਦੇ ਔਰੇ 'ਚ ਰਹਿ ਕੇ ਹੀ, ਸ਼ਾਇਦ ਮੈਨੂੰ ਇਹਨਾਂ ਦੇ ਔਰੇ 'ਚ ਰਹਿ ਕੇ ਹੀ ਇਹ ਸਭ ਕੁਝ ਆਇਆ ਹੈ। ਦਿਲੋਂ ਧੰਨਵਾਦ ਪ੍ਰਦੀਪ ਨੰਦਾ ਜੀ, ਦਿਲੋਂ ਧੰਨਵਾਦ ਕੁਸਮ ਕੱਕੜ ਜੀ, ਦਿਲੋਂ ਧੰਨਵਾਦ ਗੁਰਵਿੰਦਰ ਸਿੰਘ ਜੀ, ਵੈਰੀ ਵੈਲ ਟੂ, ਦਿਲੋਂ ਧੰਨਵਾਦ ਜੀ। ਨਿਕ ਸਿੰਘ ਜੀ ਫੇਰ ਸਾਡੇ ਨਾਲ ਜੁੜੇ ਨੇ, ਧੰਨਵਾਦ। ਰਵਿੰਦਰ ਕੱਕੜ ਜੀ, ਅਮੇਜ਼ਿੰਗਲੀ ਟਰੂ, ਧੰਨਵਾਦ ਜੀ, ਤੁਹਾਡਾ ਬਹੁਤ ਸਤਿਕਾਰ। ਗੁਰਜੀਤ ਸਿੰਘ ਜੀ, ਗ੍ਰੇਟ, ਧੰਨਵਾਦ ਤੁਹਾਡਾ ਜੀ ਬਹੁਤ। ਚਰਨਜੀਤ ਬਾਠ ਜੀ ਲਿਖਦੇ ਨੇ, ਮਾਂ ਪਿਓ ਦੋਵਾਂ ਨਾਲ ਹੀ ਮੌਜਾਂ ਹਨ, ਬਾਪੂ ਦੀਆਂ ਝਿੜਕਾਂ ਵਿੱਚ ਵੀ ਪਿਆਰ ਹੁੰਦਾ ਹੈ। ਬਿਲਕੁਲ ਸਹੀ ਜੀ ਤੁਹਾਡੀ ਗੱਲ। ਫਾਦਰ ਸਾਹਿਬ ਮੇਰੇ ਲਿਖ ਰਹੇ हैं जी, blood relation being unique, such happening in a family are inevitable। ਦਿਲੋਂ ਸਤਿਕਾਰ ਜੀ, ਤੁਹਾਡੀ ਵਜ੍ਹਾ ਨਾਲ ਅੱਜ ਇੱਥੇ ਬੈਠੇ ਹਾਂ, ਤੁਹਾਡੇ ਅਸ਼ੀਸ਼, ਤੁਹਾਡੇ ਪਿਆਰ ਨਾਲ ਅੱਗੇ ਵਧਦੇ ਹਾਂ ਜੀ। ਇੱਕ ਸਾਂਝ ਪਾਣੀ ਹੈ ਤੁਹਾਡੇ ਨਾਲ ਸਾਂਝ ਪਾਣੀ ਹੈ ਜੀ। ਇੱਕ ਅਸੀਂ ਵੇਖਿਆ ਹੈ ਕਿ ਇੱਕ ਮਜ਼ਦੂਰ ਜੇਠ ਦੇ ਮਹੀਨੇ ਵਿੱਚ ਦਿਹਾੜੀਆਂ ਕਰ ਰਿਹਾ ਬੱਚਿਆਂ ਲਈ, ਸਭ ਕੁਝ ਸਹਿ ਕੇ ਅਸੀਂ ਸਾਂਝ ਪਾ ਰਹੇ ਹਾਂ। ਇੱਕ ਛੋਟੀ ਜੀ ਸਟੋਰੀ ਟਾਈਪ ਹੈ। ਜੇਠ ਦੇ ਮਹੀਨੇ ਦੇ ਸੁਭਾਅ ਤੋਂ ਸਾਰੇ ਜਾਣੂ ਹੋ, ਸਿਖਰ ਦੁਪਹਿਰਾ ਸੂਰਜ ਅੱਗ ਉਗਲ ਰਿਹਾ ਸੀ। ਰਾਹ ਸੁਣਨੇ ਸਨ, ਕੋਈ ਪਾਂਦੀ ਨਜ਼ਰ ਨਹੀਂ ਸੀ ਆ ਰਿਹਾ। ਪੰਛੀਆਂ ਨੇ ਦਰਖਤਾਂ ਦੀਆਂ ਟਾਹਣੀਆਂ ਮੱਲ ਲਈਆਂ ਸਨ, ਤੇਜ਼ ਤਪਦੀ ਧੁੱਪ ਤੋਂ ਬਚਣ ਲਈ। ਜਿਵੇਂ ਬੈਠ ਦਿਨ ਢਲਣ ਦਾ ਇੰਤਜ਼ਾਰ ਕਰ ਰਹੇ ਸਨ, ਆਪਣੇ ਆਲਣਿਆਂ ਵੱਲ ਵਾਪਸੀ ਕਰਨ ਲਈ। ਮੈਂ ਤੇ ਮੇਰੇ ਦੋਸਤ ਕਿਸੇ ਕੰਮ ਤੋਂ ਵਾਪਸ ਪਿੰਡ ਆ ਰਹੇ ਸਨ। ਗੱਡੀ ਦਾ ਏਸੀ ਇੰਜ ਕੰਮ ਕਰ ਰਿਹਾ ਸੀ ਜਿਵੇਂ ਆਖਰੀ ਸਾਹ ਭਰ ਰਿਹਾ ਹੋਵੇ। ਰਾਹ ਵਿੱਚ ਪਿੰਡ ਦੀ ਸਾਂਝੀ ਖੁੱਲੀ ਜਗ੍ਹਾ ਵਿੱਚ ਇੱਕ ਮਜ਼ਦੂਰ, ਜਿਸ ਦੀ ਉਮਰ ਤਕਰੀਬਨ 45 ਕੁ ਸਾਲ ਲੱਗ ਰਹੀ ਸੀ, ਆਪਣੀ 3 ਪਹੀਆ ਸਾਈਕਲ ਰੇਹੜੀ ਵਿੱਚ ਮਿੱਟੀ ਭਰ ਰਿਹਾ ਸੀ। ਬਿਨਾਂ ਪਰਵਾਹ ਕਰੇ ਤਪਦੀ ਦੁਪਹਿਰ ਤੇ ਵਗਦੀ ਲੂ ਦੀ ਉਸਨੇ ਅੱਧੇ ਘੰਟੇ ਵਿੱਚ ਰੇਹੜੀ ਭਰ ਲਈ ਤੇ ਆਪਣੀ ਸਾਈਕਲ ਰੇਹੜੀ ਨਾਲ ਟੰਗੀ ਬੋਤਲ ਵਿੱਚੋਂ ਪਾਣੀ ਦੀਆਂ 2 ਘੁੱਟਾਂ ਪੀ ਕੱਸੀ ਮਿੱਟੀ ਨਾਲ ਭਰੀ ਰੇਹੜੀ ਤੇ ਰੱਖ ਤੁਰਿਆ। ਮੇਰੇ ਦੋਸਤ ਨੇ ਪਿੰਡ ਤੋਂ ਬਾਹਰ ਘਰ ਬਣਾਇਆ ਸੀ, ਉਹ ਵੀ ਸਾਡੇ ਨਾਲ ਹੀ ਸੀ। ਅਸੀਂ ਉਸ ਨੂੰ ਘਰ ਉਤਾਰਨ ਚਲੇ ਗਏ। ਉਹ ਜਿੱਦ ਕਰਨ ਲੱਗਾ ਨਿੰਬੂ ਪਾਣੀ ਪੀ ਕੇ ਜਾਣ ਦੀ। ਅਸੀਂ ਉਸਦੇ ਘਰ ਦੇ ਗੇਟ ਦੇ ਬਾਹਰ ਲੱਗੇ ਦਰਖਤ ਥੱਲੇ ਖੜ ਗਏ। ਥੋੜੀ ਦੇਰ ਬਾਅਦ ਮਿੱਟੀ ਦੀ ਰੇਹੜੀ ਲੈ ਕੇ ਮਜ਼ਦੂਰ ਉਸਦੇ ਘਰ ਵੱਲ ਆ ਰਿਹਾ ਸੀ। ਮੇਰੇ ਦੋਸਤ ਥੋੜੀ ਦੇਰ ਵਿੱਚ ਨਿੰਬੂ ਪਾਣੀ ਲੈ ਕੇ ਆ ਗਿਆ। ਇੱਕ ਗਲਾਸ ਵਾਧੂ ਸੀ, ਉਹ ਅਸੀਂ ਉਸ ਮਜ਼ਦੂਰ ਨੂੰ ਦੇ ਦਿੱਤਾ। ਉਹ ਨਿੰਬੂ ਪਾਣੀ ਪੀ ਮਿੱਟੀ ਗੇਟ ਦੇ ਅੱਗੇ ਨੀਵੀਂ ਜਗ੍ਹਾ ਵਿੱਚ ਉਤਾਰਨ ਲੱਗਿਆ। ਦੋਸਤ ਨੇ ਦੱਸਿਆ ਕਿ ਜਗ੍ਹਾ ਨੀਵੀਂ ਸੀ, ਇਸ ਮਜ਼ਦੂਰ ਨੇ 1000 ਰੁਪਏ ਮੰਗੇ ਸਨ ਮਿੱਟੀ ਭਰਨ ਤੇ ਉਸ ਦੀ ਸਤ੍ਹਾ ਬਰਾਬਰ ਕਰਨ ਦੇ। ਇਹ ਉਸ ਦਾ ਦੂਜਾ ਗੇੜਾ ਹੈ। ਅਜੇ 2 ਕੁ ਗੇੜਿਆਂ ਦਾ ਕੰਮ ਬਾਕੀ ਸੀ। ਮਜ਼ਦੂਰ ਵਾਪਸ ਮਿੱਟੀ ਲੈਣ ਜਾਣ ਲੱਗਿਆ। ਮੈਂ ਉਸ ਮਜ਼ਦੂਰ ਵੱਲ ਵੇਖ ਰਿਹਾ ਸੀ। ਉਸ ਦਾ ਕਮੀਜ਼ ਭਿੱਜਿਆ ਹੋਇਆ ਸੀ ਪਸੀਨੇ ਨਾਲ, ਮੱਥੇ ਤੋਂ ਮੁੜਕਾ ਚੋ ਰਿਹਾ ਸੀ। ਪੈਰਾਂ ਵਿੱਚ 2 ਰੰਗ ਦੀ ਚੱਪਲ ਸੀ। ਮੈਂ ਵੇਖਦਾ ਰਿਹਾ। ਮੈਨੂੰ ਉਸਦੇ ਮੋਢਿਆਂ ਤੇ ਇੱਕ ਜ਼ਿੰਮੇਵਾਰੀਆਂ ਦੀ ਪੰਡ ਨਜ਼ਰ ਆਈ। ਉਸ ਪੰਡ ਵਿੱਚ ਮੈਨੂੰ ਨਜ਼ਰ ਆ ਰਹੀਆਂ ਸਨ ਉਸਦੇ ਬੱਚਿਆਂ ਦੀਆਂ ਖੁਆਇਸ਼ਾਂ, ਘਰ ਦੀਆਂ ਲੋੜਾਂ, ਮਾਪਿਆਂ ਲਈ ਫਰਜ਼, ਕੱਚੇ ਘਰ ਦੀ ਛੱਤ ਬਦਲਣ ਲਈ ਚੁੱਕਿਆ ਕਰਜ਼, ਗਰੀਬੀ ਦਾ ਦਰਦ, ਧੀਆਂ ਦੇ ਵਿਆਹ ਦੀ ਚਿੰਤਾ। ਉਹ ਇੱਕ ਬਾਪ ਸੀ ਜੋ
ਅਸਮਾਨ ਤੋਂ ਵਰਸ ਰਹੀ ਅੱਗ ਦੀ ਪਰਵਾਹ ਕੀਤੇ ਬਿਨਾ ਰੋਜੀ ਕਮਾ ਰਿਹਾ ਸੀ। ਪਿਤਾ, ਪਤੀ, ਪੁੱਤਰ, ਭਾਈ, ਚਾਚਾ, ਤਾਇਆ ਤੇ ਮਾਮਾ ਬਣ ਕੇ ਫਰਜ਼ ਨਿਭਾ ਰਿਹਾ ਸੀ। ਬਾਪੂ ਦੀ ਕੀ ਕਰਾਂ ਤਾਰੀਫਾਂ, ਹਾਸੇ ਬਣਦਾ ਕੱਲਾ ਸਹਿ ਕੇ ਚੀਸਾਂ। ਇਹ ਬਾਪੂ ਦੀਆਂ ਕੁਰਬਾਨੀਆਂ, ਇਹ ਬਾਪੂ ਦਾ ਜਿਗਰਾ, ਇਹ ਬਾਪੂ ਦਾ ਪਿਆਰ, ਬਾਪੂ ਦਾ ਬਲਿਦਾਨ ਆਪਣੇ ਬੱਚਿਆਂ ਲਈ। ਮੈਂ ਫਿਰ ਕਮੈਂਟ ਪੜਾਂਗਾ ਜੀ। ਬਹੁਤ ਹੀ ਸਤਿਕਾਰਯੋਗ ਰੂਹਾਂ ਸਾਡੇ ਨਾਲ ਜੁੜੀਆਂ ਨੇ। ਸਾਡੇ ਸਤਿਕਾਰਯੋਗ ਭਾਰਤ ਭੂਸ਼ਣ ਪ੍ਰਸੂਨ ਸਾਹਿਬ ਲਿਖ ਰਹੇ ਨੇ, ਵਾਹਿਗੁਰੂ ਸਾਹਿਬ ਤੁਹਾਡੇ ਤੇ ਸਹਾਈ ਹੋਣ, ਕਿਰਪਾਲਤਾ ਬਖਸ਼ਣ, ਬਖਸ਼ਿਸ਼ ਕਰਦੇ ਰਹਿਣ, ਤੁਹਾਡੀ ਉਮਰ ਸਿਹਤ ਠੀਕ ਤਾਂ ਲੰਬੀ ਹੋਵੇ। ਇਹ ਸਾਡੀ ਅਰਦਾਸ ਵਾਹਿਗੁਰੂ ਸਾਹਿਬ ਨਾਲ ਨੂੰ। ਤੁਸੀਂ ਬੜੇ ਵੱਡੇ ਸਮਾਜ ਸੁਧਾਰਕ ਤੇ ਪਰਿਵਾਰਾਂ ਨੂੰ ਜੋੜਨ ਵਾਲੇ ਹੋਣ ਵਾਲੇ ਹੋ। ਦਿਲੋਂ ਧੰਨਵਾਦ ਜੀ ਤੁਹਾਡਾ। ਤੁਹਾਡੀਆਂ ਅਸੀਸਾਂ ਸਦਕੇ ਬੈਠੇ ਹਾਂ ਜੀ ਇੱਥੇ। ਦਿਲੋਂ ਧੰਨਵਾਦ ਜੀ, ਬਹੁਤ ਬਹੁਤ। ਇਸ ਤੋਂ ਬਾਅਦ ਗਗਨ ਸੋਨਪਾਲ ਨੇ ਵੀ ਆਪਣੀ ਲਿਖਤ ਭੇਜੀ ਹੈ ਜੀ। ਇੱਕ ਇਹ ਵੀ ਲਿਖਾਰੀ ਨੇ, ਅਸੀਂ ਇਹਨਾਂ ਦੀ ਵੀ ਸਾਂਝ ਪਾਉਂਦੇ ਹਾਂ। ਸ਼ੌਂਕ ਪੈਦਾ ਹੀ ਤਾਂ ਹੋਵੇ ਜੇ ਜੇਬ 'ਚ ਉਹਦਾ ਮੁੱਲ ਹੋਵੇ। ਆਪਣੇ ਪੈਸੇ ਨਾਲ ਤਾਂ ਬੰਦਾ ਘਰ ਦਾ ਖਰਚ ਚਲਾਵੇ, ਜ਼ਿੰਦਗੀ ਵਿੱਚ ਐਸ਼ ਤਾਂ ਸਦਾ ਬਾਪੂ ਹੀ ਕਰਾਵੇ। ਬਹੁਤ ਅੱਛੇ ਅਹਿਸਾਸ ਜੀ ਤੁਹਾਡੇ। ਛੋਟੀ ਜਾਂ ਵੱਡੀ ਲੋੜ ਲਈ ਬੰਦਾ ਝਟ ਬਾਪੂ ਕੋਲ ਜਾਵੇ। ਪੈਸਾ ਜਾਂ ਹੋਰ ਕੁਝ ਹੋਵੇ, ਬਾਪੂ ਝਟ ਦੇਣ ਫੜਾਵੇ। ਰੱਬ ਦਾ ਭਾਣਾ ਮਨ ਬਾਪੂ ਹਮੇਸ਼ਾ ਬੱਚਿਆਂ ਦਾ ਚੰਗਾ ਚਾਹਵੇ। ਸੋਨਪਾਲ ਉਮਰ ਮੇਰੀ ਮੇਰੇ ਬਾਪੂ ਦੀ ਹੋ ਜਾਵੇ। ਸੋਨਪਾਲ ਉਮਰ ਮੇਰੀ ਮੇਰੇ ਬਾਪੂ ਦੀ ਹੋ ਜਾਵੇ। ਦਿਲੋਂ ਧੰਨਵਾਦ। ਬਹੁਤ ਡੂੰਘੇ ਅਹਿਸਾਸ ਤੁਹਾਡੇ ਆਪਣੇ ਫਾਦਰ ਸਾਹਿਬ ਲਈ, ਪਿਤਾ ਲਈ। ਬਹੁਤ ਦਿਲੋਂ ਦੁਆਵਾਂ। ਗੁਰਜੀਤ ਕੌਰ ਸਿੱਧੂ ਜੀ ਵੀ ਸਾਡੇ ਨਾਲ ਜੁੜੇ ਨੇ, ਦਿਲੋਂ ਧੰਨਵਾਦ। प्रदीप नंदा जी, पिता हार कर बाजी हमेशा मुस्कुराया, शतरंज की उस जीत को मैं अब समझ पाया। वाह जी वाह, क्या बात है। बहुत डूंगी लाइन लिखी है प्रदीप जी, तुसी दिलों धन्नवाद तुहाडा। लो जी, तुहानू मैं हुण एक दो लाइन दे कोर्स तुहाडे साझे करांगा। प्यार ते असीस बख्शना। बेबे उच्ची उच्ची डांट रही सी। ये लिखत भी मैं रात ही लिखी है। कुछ एहसास साझे कीते ने। मिसिज ने कुछ मेरे नाल रात में लिख के दिता सीगा ते असीं कोशिश की ये भी तुहाडे नाल सांझ पा लईए। बेबे उच्ची उच्ची डांट रही सी, बापू दरवाजे पिछे खड़ा हसा रहा सी। धी सोच रही सी। लखवीर कौर जी ने हुणे लिखा सी कि जी धी है, बापू धी का पहला प्यार हुंदा है। लखवीर कौर जी ये भी मैं लिखा सी रात, देखो सुनना। धी सोच रही सी ढलदा सूरज चंगा बापू नूं घर लेके आउंदा। चढ़दा सूरज तां बापू नूं दूर लेके जा रहा सी। धी दे एहसास बापू लई। बापू मेरी जिंदगी, बापू हर मसले दा हल, बापू दे सिर ते ही साडा चावां दा परिंदा उड़ारियां ला रहा सी। अगे सांझ पाते हैं जी। ये आम विचर दियां गल्लां ने, असीं उन्हां गल्लां नूं तुहाडे नाल सांझी करदे हां। पुत दे पैर दा मेचा बापू दे बराबर हो गया। पुत दे पैर दा मेचा बापू दे बराबर हो गया। इसलिए बापू हुण मित्र दा फर्ज निभा रहा सी।
ਬਾਪੂ ਮਾਰ ਕੇ ਕੰਧ ਤੇ ਥਾਪੀ ਸ਼ੇਰ ਬਣਾ ਰਿਹਾ ਸੀ। ਬਾਪੂ ਮਾਰ ਕੇ ਕੰਧ ਤੇ ਥਾਪੀ ਸ਼ੇਰ ਬਣਾ ਰਿਹਾ ਸੀ। ਮਾੜਾ ਦੌਰ ਮੇਰੇ ਨੇੜੇ ਆਉਣ ਤੋਂ ਘਬਰਾ ਰਿਹਾ ਸੀ। ਮਾੜਾ ਦੌਰ ਮੇਰੇ ਨੇੜੇ ਆਉਣ ਤੋਂ ਘਬਰਾ ਰਿਹਾ ਸੀ। ਬਾਪੂ ਦੀਆਂ ਝੜਕਾਂ ਵਿੱਚ ਫਿਕਰ ਹੈ ਉਸਦਾ। ਬਾਪੂ ਦੀਆਂ ਝੜਕਾਂ ਵਿੱਚ ਫਿਕਰ ਹੈ ਉਸਦਾ। ਸਖਤੀ ਵਰਤ ਕੇ ਬੱਚਿਆਂ ਨੂੰ ਬਾ ਕਮਾਲ ਬਣਾ ਰਿਹਾ ਸੀ। ਬੇਪਰਵਾਹੀਆਂ ਤਾਂ ਬਚਪਨ ਨਾਲ ਹੀ ਖੋ ਗਈਆਂ। ਇਹ ਇੱਕ ਬੱਚੇ ਦੇ ਅਹਿਸਾਸ ਨੇ ਜਦੋਂ ਵੱਡਾ ਹੋ ਕੇ ਫਰਜ਼ ਨਿਭਾਉਂਦਾ ਹੈ, ਜ਼ਿੰਮੇਵਾਰੀ ਨਿਭਾਉਂਦਾ ਹੈ। ਬੇਪਰਵਾਹੀਆਂ ਤਾਂ ਬਚਪਨ ਨਾਲ ਹੀ ਖੋ ਗਈਆਂ। ਹੁਣ ਤਾਂ ਮੈਂ ਨਿਤ ਜ਼ਿੰਮੇਵਾਰੀਆਂ ਨਾਲ ਮੱਥਾ ਲਾ ਰਿਹਾ ਸੀ। ਬਾਪੂ ਤੋਂ ਵੱਡਾ ਜਿਗਰਾ ਨਹੀਂ ਕਿਸੇ ਦਾ। ਬਾਪੂ ਤੋਂ ਵੱਡਾ ਜਿਗਰਾ ਨਹੀਂ ਕਿਸੇ ਦਾ। ਪਰ ਧੀ ਨੂੰ ਵਿਦਾ ਕਰਕੇ ਹੰਝੂ ਬਹਾ ਰਿਹਾ ਸੀ। ਮੇਰੇ ਕੋਲ ਇੱਕ ਐਸਾ ਡੈਬਿਟ ਕਾਰਡ ਹੈ। ਅੱਜ ਵੀ ਮੇਰੇ ਕੋਲ ਹੈ। ਮੈਂ ਅੱਜ ਵੀ ਵਰਤਦਾ ਹਾਂ। ਮੇਰੇ ਕੋਲ ਐਸਾ ਇੱਕ ਡੈਬਿਟ ਕਾਰਡ ਹੈ। ਬੇਸ਼ੱਕ ਅਕਾਊਂਟ ਬੈਲੈਂਸ 0 ਹੋਵੇ ਉਹਦੇ ਵਿੱਚ, ਬੇਸ਼ੱਕ ਉਹਦੇ ਵਿੱਚ ਅਕਾਊਂਟ ਬੈਲੈਂਸ 0 ਹੋਵੇ, ਪਰ ਖਵਾਹਿਸ਼ ਕੋਈ ਵੀ ਅਧੂਰੀ ਨਹੀਂ ਰਹਿਣ ਦਿੰਦਾ। ਉਹ ਡੈਬਿਟ ਕਾਰਡ ਤੁਸੀਂ ਸਮਝ ਗਏ ਹੋਣੇ, ਉਹ ਬੈਂਕ ਅਕਾਊਂਟ ਤੁਸੀਂ ਸਮਝ ਗਏ ਹੋਣੇ ਕਿ ਕੀ ਕੌਣ ਹੈ। ਉਹ ਡੈਬਿਟ ਕਾਰਡ ਮੇਰਾ ਬਾਪੂ ਹੈ। ਮਾਂ ਅੱਜ ਵੀ ਵੱਡੇ ਹੋ ਗਏ ਆ, ਆਪਣਾ ਕਰਨ ਜੋਗੇ ਹੋ ਗਏ ਆ। ਅੱਜ ਵੀ ਮੁੱਠੀ ਘੁੱਟ ਕੇ ਵਿੱਚ ਪੈਸੇ ਫੜਾ ਦਿੰਦੀ ਹੈ, ਪੁੱਤ ਤੇਰੇ ਕੰਮ ਆਉਣਗੇ। ਬਹੁਤ परमात्मा की कृपा है, चंगे कर्म करे कि ऐसे माँ बाप मिले नहीं। एक होर लाइन साझी करते हैं तुहाडे नाल। ਲੱਖਾਂ रुपए कमा के भी ਉਹ ਸਕੂਨ नहीं मेरी रूह नूं। ਲੱਖਾਂ रुपए कमा के भी ਉਹ ਸਕੂਨ नहीं मेरी रूह नूं। मेरा अज फिर बापू तो 10 रुपए का नोट ਲੈਣ ਨੂੰ ਜੀ ਕਰਦਾ। ਉਹਨਾਂ ਟਾਈਮਾਂ 'ਚ ਬਚਪਨ ਦੇ ਵਿੱਚ ਬਾਪੂ ਤੋਂ ਲਿਆ 10 ਦਾ ਨੋਟ ਜਾਂ ਪੁਰਾਣੇ ਟਾਈਮ 'ਚ 1 ਰੁਪਈਆ 50 ਪੈਸੇ ਚਵਾਨੀ ਲੱਖਾਂ ਬਰਾਬਰ ਸੀ। ਅਸੀਂ ਮੁੜ ਤੋਂ ਇਸ ਪ੍ਰੋਗਰਾਮ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰੋ, ਉਹਨਾਂ ਨੂੰ ਖੁਸ਼ ਰੱਖੋ, ਉਹਨਾਂ ਨਾਲ ਟਾਈਮ ਬਿਤਾਓ। ਅਸੀਂ ਤਕਰੀਬਨ 2-2.5 ਮਿੰਟ ਰਹਿ ਗਏ ਨੇ ਸਾਡੇ ਇਸ ਪ੍ਰੋਗਰਾਮ ਨੂੰ ਖਤਮ ਹੋਣ ਲਈ। ਅਸੀਂ ਇੱਕ ਸਾਂਝ ਪਾਉਂਦੇ ਹਾਂ, ਇੱਕ ਛੋਟੀ 4 ਲਾਈਨਾਂ ਦੀ ਹੋਰ ਸਾਂਝ ਪਾਉਂਦੇ ਹਾਂ। ਇੰਨੇ ਜੋਗਾ ਕਰਿਆ ਬਾਪੂ, ਇੰਨੇ ਜੋਗਾ ਕਰਿਆ ਬਾਪੂ, ਕਿਵੇਂ ਲਾਵਾਂ ਕਰਜ਼ਾ ਤੇਰਾ, ਤੇਰੇ ਨਾਲ ਹੀ ਮੇਰੀਆਂ ਰਾਤਾਂ, ਤੇਰੇ ਨਾਲ ਹੀ ਮੇਰਾ ਸਵੇਰਾ। ਕਿਵੇਂ ਜਿਉਣਾ ਜ਼ਿੰਦਗੀ ਨੂੰ ਬਾਪੂ ਸਿਖਾਇਆ ਤੂੰ ਹਰ ਵੱਲ। ਬਾਪੂ ਹੁੰਦਾ ਰੱਬ ਦੇ ਘਰ ਦੀ ਸੱਚੀ ਗੱਲ। ਬਾਪੂ ਹੁੰਦਾ ਰੱਬ ਦੇ ਘਰ ਦੀ ਸੱਚੀ ਗੱਲ। ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਬਾਪੂ ਦੀ ਉਸਤਤ ਕਰੀ ਹੈ। ਉਮੀਦ ਹੈ ਤੁਹਾਡੀਆਂ ਉਮੀਦਾਂ ਤੇ ਖਰੇ ਉਤਰੇ ਹੋਵਾਂਗੇ। ਅਸੀਂ ਫਿਰ ਤੋਂ 1 ਮਿੰਟ ਸਾਡੇ ਕੋਲ ਰਹਿ ਗਿਆ ਹੈ, ਥੋੜੇ ਕਮੈਂਟ ਪੜ੍ਹ ਦਿੰਦੇ ਹਾਂ। ਜੱਸਲ ਜੀ ਸਾਡੇ ਨਾਲ ਜੁੜੇ ਨੇ, ਧੰਨਵਾਦ। ਨਿੱਕ ਸਿੰਘ ਜੀ, ਸਤਵੀਰ ਜੀ, ਪ੍ਰਦੀਪ ਨੰਦਾ ਜੀ, ਦਵਿੰਦਰ ਕੌਰ ਜੀ, ਮੇਹਚੰਦ ਜੀ, ਫਾਦਰ ਸਾਹਿਬ, ਲਖਵੀਰ ਕੌਰ ਗਿੱਲ, ਨੀਨਾ ਸਹਿਜਲੀਨ ਜੀ, ਲਖਵੀਰ ਕੌਰ ਗਿੱਲ ਜੀ, ਲਖਵੀਰ ਕੌਰ ਜੀ,
ਲਿਖ ਰਹੇ ਨੇ ਬਹੁਤ ਖੂਬਸੂਰਤ ਜਜ਼ਬਾਤ। ਵਾਹਿਗੁਰੂ ਤੁਹਾਨੂੰ ਖੁਸ਼ੀ ਦੇਵੇ। ਦਿਲੋਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਬਹੁਤ ਰੂਹ ਨਾਲ ਸੁਣਿਆ ਹੋਊਗਾ ਤੇ ਤੁਹਾਨੂੰ ਜ਼ਰੂਰ ਪਸੰਦ ਵੀ ਆਇਆ ਹੋਊਗਾ। ਅਸੀਂ ਅੱਗੇ ਤੋਂ ਫਿਰ ਕੁਝ ਤੁਹਾਡੇ ਲਈ ਨਵਾਂ ਲੈ ਕੇ ਆਵਾਂਗੇ। ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਸੁਝਾਅ ਦੇ ਸਕਦੇ ਹੋ। ਤੁਹਾਡੇ ਦਿੱਤੇ ਸੁਝਾਵਾਂ, ਤੁਹਾਡੇ ਦਿੱਤੇ ਸੁਜੈਸ਼ਨ ਦੇ ਹਿਸਾਬ ਨਾਲ ਅਸੀਂ ਪ੍ਰੋਗਰਾਮ ਤਿਆਰ ਕਰਦੇ ਹਾਂ। ਪਿਛਲੀ ਵਾਰੀ ਮਦਰਸ ਨੂੰ ਡੈਡੀਕੇਟ ਕਰਿਆ ਸੀ, ਇਸ ਵਾਰੀ ਅਸੀਂ ਫਾਦਰ ਸਾਹਿਬ ਨੂੰ ਡੈਡੀਕੇਟ ਕਰਿਆ ਤੇ ਅੱਗੇ ਵੀ ਅਸੀਂ ਰਿਸ਼ਤਿਆਂ ਲਈ ਤੇ ਪਿਆਰ ਮੁਹੱਬਤਾਂ ਲਈ ਲਿਖਦੇ ਰਵਾਂਗੇ ਤੇ ਕੋਸ਼ਿਸ਼ ਕਰਦੇ ਰਹਾਂਗੇ ਕਿ ਕੁਝ ਅਜਿਹਾ ਲਿਖੀਏ ਤੁਹਾਡੀ ਰੂਹ ਨੂੰ ਸਕੂਨ ਦਈਏ ਤੇ ਸਾਡੀ ਰੂਹ ਨੂੰ ਵੀ ਖੁਸ਼ੀ ਮਿਲੇ ਕਿ ਅਸੀਂ ਤੁਹਾਡੀ ਰੂਹ ਨੂੰ ਖੁਸ਼ ਕਰ ਸਕੇ ਹਾਂ। ਸੋ ਦਿਲੋਂ ਧੰਨਵਾਦ ਫਿਰ ਤੋਂ। ਸਾਨੂੰ ਸਾਡੇ WhatsApp ਨੰਬਰ ਤੇ ਤੁਸੀਂ ਜ਼ਰੂਰ ਸੁਜੈਸ਼ਨ ਭੇਜਣਾ। ਅਸੀਂ ਅਗਲਾ ਪ੍ਰੋਗਰਾਮ ਉਸੇ ਤਰੀਕੇ ਨਾਲ ਪਲਾਨ ਕਰਕੇ ਫਿਰ ਤੋਂ ਲਾਈਵ ਹੋਵਾਂਗੇ ਤੁਹਾਡੀ ਸੇਵਾ ਦੇ ਵਿੱਚ। ਇੱਕ ਵਾਰ ਫਿਰ ਤੋਂ ਦਿਲੋਂ ਧੰਨਵਾਦ। ਪਿਆਰ ਸਤਿਕਾਰ। ਪ੍ਰਮਾਤਮਾ ਸਭ ਨੂੰ ਲੰਬੀਆਂ ਉਮਰਾਂ ਬਖਸ਼ੇ, ਸਹਿਜਾਬੀਆਂ ਬਖਸ਼ੇ, ਖਾਸ ਕਰ ਮਾਪਿਆਂ ਨੂੰ ਲੰਬੀ ਉਮਰ ਦੇਵੇ। ਦਿਲੋਂ ਧੰਨਵਾਦ, ਦਿਲੋਂ ਧੰਨਵਾਦ।